BA ਭਾਗ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਤੁਹਾਡੇ ਸਿਲੇਬਸ ਵਿੱਚ ਸ਼ਾਮਲ ਕੀਤੀ ਗਈ ਪੰਜਾਬੀ ਕਵਿਤਾ ਦੀ ਕਿਤਾਬ ਆਧੁਨਿਕ ਪੰਜਾਬੀ ਕਵਿਤਾ, ਉਸ ਵਿੱਚ ਸ਼ਾਮਲ ਕੀਤੇ ਗਏ ਕਵੀ ਅਜਮੇਰ ਰੋਡੇ, ਉਹਨਾਂ ਬਾਰੇ ਆਪਾਂ ਅੱਜ ਗੱਲ ਕਰਾਂਗੇ। ਅਜਮੇਰ ਰੋਡੇ ਇੱਕ ਪ੍ਰਵਾਸੀ ਪੰਜਾਬੀ ਕਵੀ ਹੈ, ਪ੍ਰਵਾਸੀ ਪੰਜਾਬੀ ਸਾਹਿਤਕਾਰ ਹੈ। ਪ੍ਰਵਾਸੀ ਪੰਜਾਬੀ ਸਾਹਿਤਕਾਰ ਕਿਹੜਾ ਹੁੰਦਾ ਹੈ? ਜਿਹੜੇ ਲੋਕ ਸਾਡੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਪ੍ਰਵਾਸ ਗ੍ਰਹਿਣ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ, ਬੇਗਾਨੇ ਦੇਸ਼ਾਂ ਦੇ ਵਿੱਚ ਜਾ ਕੇ ਵਸ ਜਾਂਦੇ ਆ, ਉਹਨਾਂ ਨੂੰ ਪ੍ਰਵਾਸੀ ਕਿਹਾ ਜਾਂਦਾ। ਔਰ ਉਹ ਲੋਕ ਬਿਹਤਰ ਜ਼ਿੰਦਗੀ ਲਈ, ਚੰਗੀ ਜ਼ਿੰਦਗੀ ਦੇ ਭਵਿੱਖ ਲਈ ਆਪਣੇ ਭਾਰਤ ਨੂੰ ਛੱਡਦੇ ਆ, ਕਿਉਂਕਿ ਇੱਥੇ ਰੁਜ਼ਗਾਰ ਦੇ ਸਾਧਨ ਉਹਨੇ ਨਹੀਂ ਮਿਲਦੇ ਜਿੰਨੇ ਕਿ ਪੱਛਮ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਜਾਂ ਵਿਦੇਸ਼ਾਂ ਦੇ ਵਿੱਚ ਲੱਗਦਾ ਹੈ ਕਿ ਉੱਥੇ ਸਾਨੂੰ ਰੁਜ਼ਗਾਰ ਮਿਲ ਜਾਊਗਾ। ਔਰ ਉੱਥੇ ਆਪਣੀ ਬਿਹਤਰ ਜ਼ਿੰਦਗੀ ਦੀ ਭਾਲ ਦੇ ਵਿੱਚ ਉਹ ਲੋਕ ਪੰਜਾਬ ਨੂੰ, ਭਾਰਤ ਨੂੰ ਛੱਡ ਜਾਂਦੇ ਆ। ਹੁਣ ਵਿਦਿਆਰਥੀਓ, ਪ੍ਰਵਾਸ ਦੇ ਵਿੱਚ ਜਾ ਕੇ ਸਾਡੇ ਬਹੁਤ ਸਾਰੇ ਲੋਕ ਕੰਮਾਂ ਧੰਦਿਆਂ ਦੇ ਵਿੱਚ ਲੱਗ ਜਾਂਦੇ ਆ, ਪਰ ਬਹੁਤ ਸਾਰੇ ਲੋਕ ਇਹ ਜਿਹੇ ਵੀ ਹੁੰਦੇ ਜਿਹੜੇ ਸਾਹਿਤਕ ਰਚਨਾਵਾਂ ਨੂੰ ਕਰਨਾ ਸ਼ੁਰੂ ਕਰ ਦਿੰਦੇ ਆ, ਸਾਹਿਤ ਲਿਖਣਾ ਸ਼ੁਰੂ ਕਰ ਦਿੰਦੇ ਆ। ਅਜਮੇਰ ਰੋਡੇ ਉਹਨਾਂ ਦੇ ਵਿੱਚੋਂ ਇੱਕ ਸੀ। ਨਵਤੇਜ ਭਾਰਤੀ ਦਾ ਭਰਾ, ਜਿਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਉਹ ਵੀ ਇੱਕ ਪ੍ਰਵਾਸੀ ਪੰਜਾਬੀ ਲੇਖਕ ਹੋਇਆ। ਉਹਨੇ ਵੀ ਪ੍ਰਵਾਸ ਦੇ ਵਿੱਚ ਜਾ ਕੇ ਪੰਜਾਬੀਆਂ ਦੇ ਦੁੱਖਾਂ ਦਰਦਾਂ ਨੂੰ ਆਪਣੀਆਂ ਕਵਿਤਾਵਾਂ ਦੇ ਵਿੱਚ ਪੇਸ਼ ਕੀਤਾ। ਅਜਮੇਰ ਰੋਡੇ ਦੀਆਂ ਜਿਹੜੀਆਂ ਰਚਨਾਵਾਂ ਦੋ ਇਸ ਕਾਵਿ ਸੰਗ੍ਰਹਿ ਦੇ ਵਿੱਚ ਸ਼ਾਮਲ ਕੀਤੀਆਂ ਨੇ, ਉਹਨਾਂ ਕਵਿਤਾਵਾਂ ਦੇ ਵਿੱਚ ਹੀ ਸਾਡੇ ਜਿਹੜੇ ਪੰਜਾਬੀ ਲੋਕ ਹੈ ਉਹਨਾਂ ਦੀ ਪ੍ਰਵਾਸੀ ਜੀਵਨ ਨੂੰ ਪੇਸ਼ ਕੀਤਾ। ਔਰ ਪ੍ਰਵਾਸੀ ਜੀਵਨ ਦੇ ਵਿੱਚ ਜਿਹੜੇ ਦੁੱਖ ਦਰਦ ਮਿਲਦੇ ਆ ਉਹਨਾਂ ਨੂੰ, ਜਿਹੜੀਆਂ ਉਹਨਾਂ ਦੀਆਂ ਆਤਮਾਵਾਂ ਦੇ ਉੱਪਰ, ਜਿਹੜਾ ਉਹਨਾਂ ਦੇ ਹਿਰਦੇ ਦੇ ਉੱਪਰ ਵਿਦੇਸ਼ੀ ਜ਼ਿੰਦਗੀ ਦੇ ਕੁਛ ਅਜਿਹੇ ਚਿੱਤਰ ਉਲੀਕੇ ਜਾਂਦੇ ਆ, ਅਜਿਹੀਆਂ ਉਹਨਾਂ ਨੂੰ ਮਾਨਸਿਕ ਪੀੜਾ ਮਿਲਦੀਆਂ, ਉਹਨਾਂ ਦਾ ਜ਼ਿਕਰ ਆਪਣੀਆਂ ਇਹਨਾਂ ਕਵਿਤਾਵਾਂ ਦੇ ਵਿੱਚ ਲੇਖਕ ਕਰਦਾ। ਹੁਣ ਵਿਦੇਸ਼ਾਂ ਦੇ ਵਿੱਚ ਰਹਿ ਕੇ ਸਾਰਾ ਕੁਛ ਵਧੀਆ ਨਹੀਂ ਹੁੰਦਾ। ਉੱਥੇ ਬਹੁਤ ਸਾਰੀਆਂ ਇਹੋ ਜਿਹੀਆਂ ਸਮੱਸਿਆਵਾਂ ਹੈ। ਇੱਕ ਭਾਸ਼ਾ ਦੀ ਸਮੱਸਿਆ ਵੀ ਹੋ ਸਕਦੀ ਹੈ, ਤੁਹਾਡੇ ਸੱਭਿਆਚਾਰ ਦੀ ਸਮੱਸਿਆ ਵੀ ਹੋ ਸਕਦੀ ਹੈ, ਤੁਹਾਡੇ ਜਿਹੜਾ ਆਪਣੇ ਮੁੱਖ ਭੂਮੀ ਹੈ ਜਿੱਥੋਂ ਇਨਸਾਨ ਜਾਂਦਾ ਹੈ, ਉਸ ਭੂਮੀ ਦੇ ਨਾਲ ਜੁੜੇ ਰਹਿਣ ਦੀ ਇੱਕ ਅਜਿਹੀ ਸੋਚ ਵੀ ਹੋ ਸਕਦੀ ਹੈ ਜਿਹੜੀ ਇਨਸਾਨ ਨੂੰ ਹਮੇਸ਼ਾ ਹੀ ਤੰਗ ਕਰਦੀ ਰਹਿੰਦੀ ਹੈ, ਜਿਹੜੀ ਇਨਸਾਨ ਨੂੰ ਹਮੇਸ਼ਾ ਹੀ ਪੀੜਤ ਕਰਦੀ ਰਹਿੰਦੀ ਹੈ। ਔਰ ਆਪਣਾ ਮੂਲ ਦੇਸ਼ ਜਿਹੜਾ ਉਹਨਾਂ ਦਾ ਹੈਗਾ, ਕੋਈ ਵੀ ਕਿਸੇ ਵੀ ਇਨਸਾਨ ਦਾ ਮੂਲ ਦੇਸ਼ ਹੁੰਦਾ, ਉਹ ਦਿਮਾਗ ਦੇ ਵਿੱਚੋਂ, ਉਹਦੇ ਦਿਲ ਦੇ ਵਿੱਚੋਂ, ਉਹਦੀ ਸੋਚ ਦੇ ਵਿੱਚੋਂ ਨਹੀਂ ਨਿਕਲਦਾ। ਔਰ ਉਹ ਸੋਚ ਦੇ ਨਾਲ ਹਮੇਸ਼ਾ ਹੀ ਉਹ ਉਹਦੀ ਜ਼ਿੰਦਗੀ ਦੇ ਵਿੱਚ ਤੁਰਿਆ ਰਹਿੰਦਾ ਹੈਗਾ। ਇਹ ਔਰ ਜਿਹੜੇ ਪ੍ਰਵਾਸ ਦੇ ਵਿੱਚ ਜਾ ਕੇ ਸਾਡੇ ਲੋਕਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਜਿਹੜੇ ਪ੍ਰਵਾਸੀ ਲੋਕ ਦੇਖਦੇ ਆ, ਜਾਂ ਜਿਨ੍ਹਾਂ ਦੁਸ਼ਵਾਰੀਆਂ ਦੇ ਵਿੱਚੋਂ, ਜਿਨ੍ਹਾਂ ਤਕਲੀਫਾਂ ਦੇ ਵਿੱਚੋਂ, ਜਿਨ੍ਹਾਂ ਦੁੱਖਾਂ ਦਰਦਾਂ ਦੇ ਵਿੱਚੋਂ ਸਾਡੇ ਪੰਜਾਬੀਆਂ ਨੂੰ ਨਿਕਲਣਾ ਪੈਂਦਾ, ਉੱਥੋਂ ਦੀ ਜਿਹੜੀ ਜ਼ਿੰਦਗੀ ਦੀ ਅਸਲੀਅਤ ਹੈਗੀ ਹੈ, ਉਸ ਨੂੰ ਲੇਖਕ ਆਪਣੀਆਂ ਰਚਨਾਵਾਂ ਦੇ ਵਿੱਚ ਪੇਸ਼ ਕਰਦੇ। ਅਜਮੇਰ ਰੋਡੇ ਉਹਨਾਂ ਦੇ ਵਿੱਚੋਂ ਇੱਕ ਹੈ। ਅਜਮੇਰ ਰੋਡੇ ਦਾ ਆਪਾਂ ਜੀਵਨ ਵੇਰਵਾ ਦੇਖਦੇ ਹਾਂ, ਫਿਰ ਆਪਾਂ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਦਾ ਸਰਲ ਅਰਥ ਕਰਾਂਗੇ, ਫਿਰ ਦੇਖਾਂਗੇ ਕਿਹੜੇ ਕੁਐਸਚਨ ਤੁਹਾਡੇ ਬਣਦੇ ਹੈਗੇ ਆ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੇ ਆ। ਅਜਮੇਰ ਰੋਡੇ ਦਾ ਜਨਮ 1940 ਵਿੱਚ ਹੋਇਆ ਸੀ ਅਤੇ ਉਹਨਾਂ ਦੀ ਮੌਤ 2012 ਈਸਵੀ ਦੇ ਵਿੱਚ ਹੋਈ ਸੀ। 1940 ਤੋਂ ਲੈ ਕੇ 2012 ਤੱਕ ਤਕਰੀਬਨ 72 ਸਾਲ ਦੀ ਉਮਰ ਦੇ ਵਿੱਚ ਉਹ ਇਸ ਦੁਨੀਆ ਤੋਂ ਚਲੇ ਗਏ ਸੀਗੇ। ਅਜਮੇਰ ਰੋਡੇ ਦਾ ਜਨਮ ਪਿੰਡ ਰੋਡੇ, ਜ਼ਿਲ੍ਹਾ ਫਰੀਦਕੋਟ ਵਿੱਚ 1 ਜਨਵਰੀ 1940 ਈਸਵੀ ਨੂੰ ਮਾਤਾ ਸ਼ਾਮ ਕੌਰ ਅਤੇ ਪਿਤਾ ਕ੍ਰਿਸ਼ਨ ਸਿੰਘ ਦੇ ਘਰ ਹੋਇਆ। ਵਿਦਿਆਰਥੀਓ, ਜ਼ਿਲ੍ਹਾ ਫਰੀਦਕੋਟ ਲਿਖਿਆ ਹੋਇਆ, ਜਦ ਕਿ ਅੱਜ ਕੱਲ੍ਹ ਪਿੰਡ ਰੋਡੇ ਜ਼ਿਲ੍ਹਾ ਮੋਗਾ ਦਾ ਮਸ਼ਹੂਰ ਪਿੰਡ ਹੈ। ਇਹ ਜਦੋਂ ਅਸੀਂ ਕੋਟਕਪੂਰੇ ਤੋਂ ਮੋਗੇ ਵੱਲ ਨੂੰ ਜਾਂਦੇ ਹਾਂ, GT ਰੋਡ ਤੋਂ, GTB ਗੜ੍ਹ ਤੋਂ 2-3 ਕਿਲੋਮੀਟਰ ਦੂਰ ਹੈ ਔਰ ਬਹੁਤ ਹੀ ਮਸ਼ਹੂਰ ਪਿੰਡ ਹੈ। ਔਰ ਰਾਜਨੀਤਿਕ ਖੇਤਰ ਦੇ ਵਿੱਚ ਵੀ ਇਸ ਪਿੰਡ ਦਾ ਜ਼ਿਕਰ ਅਕਸਰ ਹੁੰਦਾ ਰਹਿੰਦਾ ਹੈ। ਔਰ ਵਿਦਿਆਰਥੀਓ, ਜਿਹੜਾ GTB ਗੜ੍ਹ ਹੈ, ਉੱਥੇ ਇੱਕ ਪੋਲੀਟੈਕਨਿਕ ਕਾਲਜ ਹੈਗਾ, ਇੱਕ ਡਿਗਰੀ ਕਾਲਜ ਵੀ ਹੈਗਾ, ਇੱਕ ਸਕੂਲ ਵੀ ਹੈਗਾ +2 ਤੱਕ। ਇਹ ਇਸ ਕਰਕੇ ਮੈਂ ਜ਼ਿਕਰ ਕਰਦਾ ਕਿਉਂਕਿ ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਰੋਡੇ ਪਿੰਡ ਕਰਕੇ ਹੀ ਜਾਣੀਆਂ ਜਾਂਦੀਆਂ। ਰੋਡੇ ਪਿੰਡ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਅਤੇ ਵਿਸ਼ਵ ਦੀ ਰਾਜਨੀਤੀ ਦੇ ਵਿੱਚ ਵੀ ਇੱਕ ਜਾਣਿਆ ਪਹਿਚਾਣਿਆ ਪਿੰਡ ਹੈ। ਅਤੇ ਇਸ ਅਜਮੇਰ ਰੋਡੇ ਦਾ ਜਨਮ ਹੈ ਜਿਹੜਾ ਇਸੇ ਪਿੰਡ ਦੇ ਵਿੱਚ ਹੋਇਆ ਸੀ। ਰੋਡੇ ਨੇ ਲੁਧਿਆਣੇ ਦੇ ਇੰਜੀਨੀਅਰਿੰਗ ਕਾਲਜ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਉੱਥੇ ਹੀ ਕੁਝ ਚਿਰ ਲਈ ਅਧਿਆਪਕ ਵੀ ਰਿਹਾ। ਉਸਨੇ ਕੈਨੇਡਾ ਜਾ ਕੇ ਆਪਣੀ ਮਾਸਟਰ ਦੀ ਡਿਗਰੀ ਯੂਨੀਵਰਸਿਟੀ ਆਫ ਵਾਟਰਲੂ ਤੋਂ 1966 ਈਸਵੀ ਦੇ ਵਿੱਚ ਪ੍ਰਾਪਤ ਕੀਤੀ। ਉਹ ਜਦੋਂ ਇੱਧਰ ਥੋੜ੍ਹਾ ਚਿਰ ਅਧਿਆਪਕ ਰਹੇ, ਫਿਰ ਬਾਅਦ ਦੇ ਵਿੱਚ 1966 ਈਸਵੀ ਦੇ ਵਿੱਚ ਪੰਜਾਬ ਨੂੰ ਛੱਡ ਜਾਂਦੇ ਆ ਉਹ, ਅਤੇ ਔਰ ਆਪਣੀ ਡਿਗਰੀ ਦੇ ਲਈ ਉਹ ਕੈਨੇਡਾ ਦੇ ਵਿੱਚ ਚਲੇ ਜਾਂਦੇ ਆ। ਵਾਟਰਲੂ ਯੂਨੀਵਰਸਿਟੀ ਦੇ ਵਿੱਚੋਂ ਉਹ ਡਿਗਰੀ ਪ੍ਰਾਪਤ ਕਰਕੇ ਉੱਥੇ ਸਥਾਪਿਤ ਹੋ ਜਾਂਦੇ ਆ।
ਅਜਮੇਰ ਰੋਡੇ ਦੀ ਪਤਨੀ ਸੁਰਜੀਤ ਕਲਸੀ, ਉਸ ਦਾ ਭਰਾ ਨਵਤੇਜ ਭਾਰਤੀ ਵੀ ਸਾਹਿਤਕ ਦੁਨੀਆ ਵਿੱਚ ਆਪਣੀ ਪਹਿਚਾਣ ਰੱਖਦੇ ਹੈ। ਪੰਜਾਬੀ ਸਾਹਿਤ ਖੇਤਰ ਦੇ ਵਿੱਚ ਸੁਰਜੀਤ ਕਲਸੀ ਦਾ ਵੀ ਨਾਂ ਹੈ, ਉਹਦੇ ਭਰਾ ਨਵਤੇਜ ਭਾਰਤੀ ਦਾ ਵੀ ਨਾਂ ਹੈ। ਉਹਨਾਂ ਦੋਨਾਂ ਲੋਕਾਂ ਦੀ, ਦੋਨਾਂ ਪਰਿਵਾਰਕ ਮੈਂਬਰਾਂ ਦੀ ਔਰ ਅਜਮੇਰ ਰੋਡੇ ਦੀ, ਤਿੰਨਾਂ ਦੀ ਪੰਜਾਬੀ ਸਾਹਿਤ ਦੇ ਵਿੱਚ ਇੱਕ ਪਹਿਚਾਣ ਹੈ। ਇਹ ਪ੍ਰਵਾਸੀ ਪੰਜਾਬੀ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਆਪਣੀਆਂ ਰਚਨਾਵਾਂ ਦੇ ਵਿੱਚ, ਆਪਣੀ ਸਾਹਿਤਕ ਕਿਰਤਾਂ ਦੇ ਵਿੱਚ ਪੇਸ਼ ਕਰਦੇ ਆ। ਅਜਮੇਰ ਰੋਡੇ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ। ਬਹੁਪੱਖੀ ਸ਼ਖਸੀਅਤ ਤੋਂ ਭਾਵ ਇਹ ਹੈ ਕਿ ਉਹ ਇਕੱਲਾ ਸਿਰਫ ਕਵਿਤਾ ਨਹੀਂ ਲਿਖਦੇ ਸੀ, ਕਵਿਤਾ ਦੇ ਨਾਲ ਨਾਲ ਹੋਰ ਸਾਹਿਤਕ ਰੂਪਾਂ ਦੇ ਉੱਪਰ ਵੀ ਉਹਨਾਂ ਨੇ ਆਪਣੀ ਕਲਮ ਚਲਾਈ ਹੈ। ਉਹਨਾਂ ਨੇ ਕਵਿਤਾ ਦੇ ਨਾਲ ਨਾਲ ਵਾਰਤਕ, ਇਕਾਂਗੀ, ਨਾਟਕ, ਸੰਪਾਦਨ ਤੇ ਅਨੁਵਾਦ ਦੇ ਖੇਤਰ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਦੀਆਂ ਕਾਵਿ ਪੁਸਤਕਾਂ ਦਾ ਜ਼ਿਕਰ ਇਸ ਤਰ੍ਹਾਂ ਹੈ, ਜਿਹੜੀਆਂ ਉਹਨਾਂ ਨੇ ਕਾਵਿ ਰਚਨਾਵਾਂ ਲਿਖੀਆਂ। ਸੁਰਤੀ ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ 1997 ਈਸਵੀ ਦੇ ਵਿੱਚ ਛਪਿਆ। ਸ਼ੁਭ ਚਿੰਤਨ 1993 ਈਸਵੀ ਦੇ ਵਿੱਚ ਦੂਸਰਾ ਕਾਵਿ ਸੰਗ੍ਰਹਿ ਛਪਿਆ ਅਤੇ ਤੀਸਰਾ ਕਾਵਿ ਸੰਗ੍ਰਹਿ ਉਹਨਾਂ ਨੇ ਨਵਤੇਜ ਭਾਰਤੀ ਨਾਲ ਸਾਂਝੇ ਤੌਰ ਤੇ ਲਿਖਿਆ। ਉਹ ਪੁਸਤਕ ਦਾ ਨਾਂ ਸੀਗਾ ਲੀਲਾ ਔਰ ਇਹ 1999 ਈਸਵੀ ਦੇ ਵਿੱਚ ਛਪੀ। ਇਹ ਅਜਮੇਰ ਰੋਡੇ ਅਤੇ ਨਵਤੇਜ ਭਾਰਤੀ ਦੀ ਸਾਂਝੀ ਉਦਮ ਹੈਗਾ, ਸਾਂਝੀ ਪੁਸਤਕ ਹੈਗੀ ਹੈ। ਇਹਦੇ ਬਾਰੇ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ। ਅਜਮੇਰ ਰੋਡੇ ਦੀ ਕਵਿਤਾ ਬਹੁਤ ਹੀ ਸਹਿਜ ਤੇ ਸੰਚਾਰਮਈ ਹੈ। ਹੁਣ ਉਸ ਦੀ ਕਵਿਤਾ ਦੇ ਵਿੱਚ ਉਹ ਪ੍ਰਵਾਸੀ ਪੰਜਾਬੀ ਮਨੁੱਖ ਦੀ ਜ਼ਿੰਦਗੀ ਦੇ ਬਾਰੇ ਗੱਲ ਕੀਤੀ ਗਈ ਹੈ। ਪ੍ਰਵਾਸੀ ਪੰਜਾਬੀ ਮਨੁੱਖ ਦੀਆਂ ਜਿਹੜੀਆਂ ਦੁੱਖ ਦਰਦ ਹੈਗਾ ਉਹਨਾਂ ਦੀ ਗੱਲ ਕੀਤੀ ਗਈ ਹੈ। ਪ੍ਰਵਾਸ ਦੇ ਵਿੱਚ ਜਾ ਕੇ ਜਿਹੜੀਆਂ ਸਮੱਸਿਆਵਾਂ ਦਾ ਪੰਜਾਬੀਆਂ ਨੂੰ ਸਾਹਮਣਾ ਕਰਨਾ ਪੈਂਦਾ, ਬੇਸ਼ੱਕ ਉਹ ਭਾਸ਼ਾ ਪੱਧਰ ਤੇ ਹੋਵੇ, ਬੇਸ਼ੱਕ ਸੱਭਿਆਚਾਰ ਦੇ ਪੱਧਰ ਤੇ ਹੋਵੇ, ਪਹਿਰਾਵੇ ਦੇ ਪੱਧਰ ਤੇ ਹੋਵੇ, ਜਾਂ ਜਿਹੜੀ ਅਗਲੀ ਪੀੜ੍ਹੀ ਹੈ ਸਾਡੀ ਉਹ ਪੰਜਾਬ ਤੇ ਪੰਜਾਬੀਅਤ ਤੋਂ ਦੂਰ ਹੋ ਰਹੀ ਹੈ ਉਹਦੀ ਸਮੱਸਿਆ ਹੋਵੇ, ਇਹ ਸਹਿਜ ਸਮੱਸਿਆਵਾਂ ਨੂੰ ਸਹਿਜਮਈ ਢੰਗ ਦੇ ਨਾਲ ਪੇਸ਼ ਕਰਦਾ ਹੈ। ਬਹੁਤ ਸਾਰੀਆਂ ਪੰਜਾਬੀ ਲੋਕਾਂ ਨੂੰ ਸਮੱਸਿਆਵਾਂ ਆਉਂਦੀਆਂ ਪ੍ਰਵਾਸ ਦੇ ਵਿੱਚ ਜਾ ਕੇ। ਜਿਹੜੀ ਅਗਲੀ ਪੀੜ੍ਹੀ ਹੈਗੀ ਉਹਦੀ ਬਹੁਤ ਵੱਡੀ ਸਮੱਸਿਆ ਹੈਗੀ ਹੈ ਕਿ ਉਹ ਸਾਡੇ ਪੰਜਾਬੀ ਸੱਭਿਆਚਾਰ ਨਾਲ ਜੁੜ ਕੇ ਰਹਿੰਦੀ, ਉਹ ਪੱਛਮੀ ਸੱਭਿਆਚਾਰ ਦੇ ਵਿੱਚ ਵਿਲੀਨ ਹੋ ਰਹੀ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਇਹ ਸਾਹਿਤਕਾਰ ਪੇਸ਼ ਕਰਦੇ ਆ। ਉਹ ਆਪਣੀਆਂ ਨਜ਼ਮਾਂ ਨੂੰ ਆਮ ਲੋਕਾਈ ਦੀ ਸਮਝ ਗੋਚਰਾ ਬਣਾਉਣ ਲਈ ਬਹੁਤ ਮਿਹਨਤ ਕਰਦਾ ਹੈ। ਉਸ ਦੀ ਕਵਿਤਾ ਸਥਾਨਿਕਤਾ ਤੋਂ ਪਾਰ ਮਨੁੱਖ ਦੇ ਸਾਮਾਨਿਆ ਸਰੋਕਾਰਾਂ ਨਾਲ ਸੰਬੰਧਿਤ ਹੈ। ਸਥਾਨਕ ਮਨੁੱਖ ਦੀ ਗੱਲ ਹੀ ਨਹੀਂ ਕਰਦੀ, ਉਹ ਵਿਸ਼ਵ ਦੇ ਮਨੁੱਖ ਦੀ ਗੱਲ ਕਰਦੀ ਹੈ। ਸਧਾਰਨ ਜਾਂ ਸਮੱਸਿਆ ਹੋਈ ਜਿਹੜੀ ਸਥਾਨਕ ਸਮੱਸਿਆ ਉਹਨੂੰ ਵਿਸ਼ਵ ਦੀ ਸਮੱਸਿਆ ਬਣਾ ਕੇ ਪੇਸ਼ ਕਰਦਾ ਹੈ ਆਪਣੀ ਕਵਿਤਾਵਾਂ ਦੇ ਵਿੱਚ। ਉਸ ਦੀ ਕਵਿਤਾ ਪ੍ਰਵਾਸੀ ਅਨੁਭਵ ਨੂੰ ਇੱਕ ਤਾਰਕਿਕ ਗੁਲਾਈ ਤੇ ਤਰਕਸ਼ੀਲ ਭਾਵ ਮੰਡਲ ਵਿੱਚ ਪੇਸ਼ ਕਰਦੀ ਹੈ। ਉਹਦੀ ਜਿਹੜੀ ਕਵਿਤਾਵਾਂ ਹੁੰਦੀਆਂ ਨੇ ਉਹਦੇ ਵਿੱਚ ਤਰਕ ਦੇ ਨਾਲ ਗੱਲ ਕੀਤੀ ਜਾਂਦੀ ਹੈ। ਉਹਦੇ ਵਿੱਚ ਜਿੰਨੀ ਕੁ ਗੱਲ ਕੀਤੀ ਜਾਂਦੀ ਹੈ ਉਸਨੂੰ ਤਰਕਸ਼ੀਲ ਢੰਗ ਦੇ ਨਾਲ, ਉਹਦੇ ਵਿੱਚ ਜਿਹੜੇ ਸਬੂਤਾਂ ਦੇ ਨਾਲ ਗੱਲ ਪੇਸ਼ ਕੀਤੀ ਜਾਂਦੀ ਹੈ, ਤਰਕਾਂ ਦੇ ਨਾਲ ਗੱਲ ਪੇਸ਼ ਕੀਤੀ ਜਾਂਦੀ ਹੈ, ਵਿਗਿਆਨਕ ਢੰਗ ਦੇ ਨਾਲ ਗੱਲ ਪੇਸ਼ ਕੀਤੀ ਜਾਂਦੀ ਹੈ। ਅਜਮੇਰ ਰੋਡੇ ਦੀ ਕਵਿਤਾ, ਪਹਿਲੀ ਜਿਹੜੀ ਕਵਿਤਾ ਹੈਗੀ ਉਹ ਬੈਰੀ ਦੇ ਖੇਤ ਨਜ਼ਮ ਵਿੱਚ ਪ੍ਰਵਾਸ ਦੀ ਪੀੜ ਨੂੰ ਮੇਜ਼ਬਾਨ ਭੂਮੀ ਵਿੱਚ ਬੰਦੇ ਦੀ ਮਜਬੂਰੀ ਤੇ ਮੂਲਵਾਸ ਦੇ ਅਵਚੇਤਨੀ ਧਰਾਤਲ ਦੇ ਸੱਚ ਨੂੰ ਦਵੰਦ ਦੇ ਰੂਪ ਵਿੱਚ ਪੇਸ਼ ਕਰਕੇ ਇੱਕ ਤੁਲਨਾਤਮਕ ਪ੍ਰਵੇਖ ਸਿਰਜਦਾ ਹੈ। ਬੈਰੀ ਦੇ ਖੇਤ ਵਿੱਚ ਅਸਲ ਵਿੱਚ ਇੱਕ ਭਾਸ਼ਾ ਦੀ ਸਮੱਸਿਆ ਹੈਗੀ ਹੈ ਵੀ ਮਨੁੱਖ ਆਪਣੇ ਮੂਲ ਭਾਸ਼ਾ ਤੇ ਸੱਭਿਆਚਾਰ ਨੂੰ ਨਹੀਂ ਭੁੱਲ ਸਕਦਾ। ਜਿਹੜੀ ਦੂਸਰੀ ਉਹਦੀ ਕਵਿਤਾ ਹੈਗੀ ਹੈ ਪਹਿਲੀ ਵਤਨ ਫੇਰੀ, ਇਹਦੇ ਵਿੱਚ ਮਨੁੱਖ ਜਿਹੜੇ ਆਪਣਾ ਮੂਲ ਆਪਾ ਹੈਗਾ, ਜਿਹੜਾ ਆਪਣਾ ਮੂਲ ਦੇਸ਼ ਹੈਗਾ, ਉੱਥੋਂ ਦੇ ਜੀਵਨ ਅਨੁਭਵ ਨੂੰ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ, ਉੱਥੋਂ ਦੀ ਜ਼ਿੰਦਗੀ ਨੂੰ ਜੀਵਨ ਭਰ ਨਹੀਂ ਭੁੱਲ ਸਕਦਾ, ਉਹਦੇ ਬਾਰੇ ਪੇਸ਼ ਕੀਤੀ ਹੈ। ਔਰ ਕਹਿੰਦਾ ਕਿ ਆਪਣੇ ਦੇਸ਼ ਦੇ ਵਿੱਚ ਰਹਿ ਕੇ ਬੰਦਾ ਬੇਸ਼ੱਕ ਅੱਧੀ ਰੋਟੀ ਖਾ ਲੇ ਉਹ ਵਧੀਆ ਹੁੰਦੀ ਹੈ। ਉੱਥੋਂ ਦੀ ਜਿਹੜੀ ਜਿਲਤ ਭਰੀ ਜ਼ਿੰਦਗੀ ਹੈਗੀ ਆ ਉਹ ਬਹੁਤ ਹੀ ਦੁਸ਼ਵਾਰੀਆਂ ਵਾਲੀ ਹੈ, ਬਹੁਤ ਹੀ ਦੁੱਖਾਂ ਦਰਦਾਂ ਵਾਲੀ ਹੈ, ਬੰਦੇ ਦੀਆਂ ਆਤਮਾ ਤੱਕ ਖਰੁੰਡੀ ਜਾਂਦੀ ਹੈ, ਉਹਦੀ ਗੱਲ ਕੀਤੀ ਹੈ। ਪ੍ਰਵਾਸੀ ਜੀਵਨ ਨੂੰ, ਦੇ ਸੱਚ ਨੂੰ, ਯਥਾਰਥ ਨੂੰ ਪੇਸ਼ ਕਰਦੀ ਹੈ ਉਹਦੀ ਜਿਹੜੀ ਦੂਸਰੀ ਕਵਿਤਾ ਹੈਗੀ ਹੈ ਪਹਿਲੀ ਵਤਨ ਫੇਰੀ। ਸੋ ਵਿਦਿਆਰਥੀ ਉਹਨਾਂ ਦੋਨਾਂ ਕਵਿਤਾਵਾਂ ਦੀ ਆਪਾਂ ਹੁਣ ਇਹਦਾ ਪਾਠ ਕਰਦੇ ਹਾਂ, ਦੇਖਦੇ ਹਾਂ ਇਹਦੇ ਵਿੱਚ ਕੀ ਕਹਿਣਾ ਚਾਹੁੰਦਾ ਲੇਖਕ। ਬੈਰੀ ਦੇ ਖੇਤ। ਬੇਰੀ ਤੋੜਦੀ ਏ ਮੇਰੀ ਏ ਕਮਲੀਏ ਰਮਲੀਏ ਭੈਣੇ, ਇਹ ਬੇਰੀ ਨਹੀਂ ਬੈਰੀ ਹੁੰਦੀ ਹੈ। ਕਹਿੰਦਾ ਵੀ ਤੂੰ ਜਿਹੜਾ ਉਚਾਰਨ ਕਰਦੀ ਹੈ ਇਹ ਬੇਰੀ ਨਹੀਂ ਹੁੰਦੀ, ਇਹ ਬੈਰੀ ਕਹਿਣਾ ਚਾਹੀਦਾ ਤੈਨੂੰ, ਤੂੰ ਆਪਣਾ ਲੋਕਲੀ ਉਚਾਰਨ ਬਣਾ ਲਿਆ ਨਵਾਂ ਹੀ, ਇਹ ਤੂੰ ਗਲਤ ਉਚਾਰਨ ਕਰ ਰਹੀ ਹੈ। ਦੂਸਰਾ ਸ਼ਬਦ ਜਿਹੜਾ ਮੇਰੀ ਕ੍ਰਿਸਮਸ ਬੋਲਦੀ ਏ ਕਮਲੀਏ ਰਮਲੀਏ ਭੈਣੇ, ਇਹ ਮੇਰੀ ਨਹੀਂ ਮੈਰੀ ਕ੍ਰਿਸਮਸ ਹੁੰਦੀ ਹੈ। ਕਹਿੰਦੇ ਦੋ ਸ਼ਬਦ ਬੋਲਿਆ ਤੂੰ, ਬੇਰੀ ਤੇ ਮੈਰੀ, ਇਹ ਕਹਿੰਦੇ ਦੋਨੇ ਗਲਤ ਹੈ। ਬੇਰੀ ਦੀ ਬਜਾਏ ਬੈਰੀ ਹੁੰਦੀ ਹੈ ਤੇ ਮੇਰੀ ਦੀ ਬਜਾਏ ਮੈਰੀ ਹੁੰਦਾ, ਤੇ ਕਹਿੰਦੇ ਤੂੰ ਇਹ ਦੋਨੇ ਸ਼ਬਦ ਗਲਤ ਉਚਾਰ ਰਹੀ ਹੈ, ਇਹ ਤੈਨੂੰ ਆਪਣੇ ਸ਼ਬਦ ਸਹੀ ਕਰਨੇ ਚਾਹੀਦੇ। ਫਿਰ ਭੈਣ ਕੀ ਜਵਾਬ ਦਿੰਦੀ ਹੈ, ਮੇਰਿਆ ਪੜ੍ਹਿਆ ਲਿਖਿਆ ਅਨਪੜ੍ਹ ਜਿਹੇ ਵੀਰਾ। ਕਹਿੰਦੀ ਵਾਹ ਵੇ ਵਾਹ ਮੇਰੇ ਭਰਾਵਾ, ਤੂੰ ਪੜ੍ਹ ਲਿਖ ਕੇ ਵੀ ਅਨਪੜ੍ਹਾਂ ਵਰ ਗਈ ਹੈ। ਬੇਰੀ ਹੋ ਜਾਂ ਬੈਰੀ, ਕਹਿੰਦੀ ਵੀ ਅਸੀਂ ਤਾਂ ਆਪਣੀ ਭਾਸ਼ਾ ਦੇ ਵਿੱਚ ਜਿਹੜਾ ਸ਼ਬਦ ਬੋਲਦੇ ਹਾਂ, ਅਸੀਂ ਆਪਣੀ ਲੋਕਲ ਭਾਸ਼ਾ
ਜਿਹੜੀ ਸਥਾਨਕ ਭਾਸ਼ਾ ਹੈਗੀ ਆ ਉਹਦੇ ਵਿੱਚ ਆਪਣੀ ਭਾਸ਼ਾ ਦੇ ਸ਼ਬਦ ਨੂੰ ਕਿਸ ਤਰ੍ਹਾਂ ਨਾਲ ਉਚਾਰਦੇ ਹਾਂ, ਅਸੀਂ ਸਾਡੇ ਸਮਝ ਦੇ ਵਿੱਚ ਹੈਗਾ ਸਾਨੂੰ ਕਿ ਅਸੀਂ ਜਿਸ ਵੀ ਤਰ੍ਹਾਂ ਦੀ ਗੱਲ ਕਰਦੇ ਹਾਂ ਆਪਣੀ ਲੋਕਲ ਭਾਸ਼ਾ ਦੇ ਨਾਲ ਮੇਲ ਕੇ ਉਹਦਾ ਸੰਚਾਰ ਸਹੀ ਢੰਗ ਨਾਲ ਕਰ ਰਹੇ ਹਾਂ, ਅਸੀਂ ਗੱਲ ਸਮਝ ਰਹੇ ਹਾਂ ਇੱਕ ਦੂਜੇ ਦੀ। ਪਰ ਤੂੰ ਅਨਪੜ੍ਹ ਹੈ, ਕਿਉਂ? ਕਹਿੰਦੇ ਬੇਸ਼ੱਕ ਬੇਰੀ ਹੋ ਜਾਂ ਬੈਰੀ, ਇਹ ਤਾਂ ਟੁੱਟਦੀ ਟੁੱਟ ਜਾਂਦੀ ਹੈ। ਜਿਹੜੇ ਕੰਮ ਤਾਂ ਇਹ ਤਾਂ ਖਤਮ ਹੋ ਜਾਣਗੇ, ਇਹ ਤਾਂ ਨਿਬੜ ਜਾਣਗੇ, ਠੀਕ ਹੈ। ਬੋਲੀ ਦਾ ਮੂੰਹ ਇੰਨਾ ਸੌਖਾ ਕਦ ਟੁੱਟਦਾ ਹੈ? ਕਹਿੰਦੇ ਮੇਰੇ ਵੀਰਾ, ਜਿਹੜੀ ਬੋਲੀ ਹੁੰਦੀ ਹੈ ਨਾ, ਉਹਦੇ ਤੋਂ ਅਸੀਂ ਦੂਰ ਕਿਵੇਂ ਜਾ ਸਕਦੇ ਹਾਂ? ਅਸੀਂ ਆਪਣੇ ਸੱਭਿਆਚਾਰ ਨੂੰ, ਆਪਣੀ ਬੋਲੀ ਨੂੰ, ਆਪਣੇ ਦੇਸ਼ ਨੂੰ ਕਿਵੇਂ ਭੁੱਲ ਸਕਦੇ ਹਾਂ? ਇਹ ਇੱਕ ਵੱਡੀ ਸਮੱਸਿਆ ਪੇਸ਼ ਕੀਤੀ ਇਸ ਕਵਿਤਾ ਦੇ ਵਿੱਚ। ਔਰ ਜਿਹੜੇ ਸਾਡੇ ਉੱਥੇ ਅਨਪੜ੍ਹ ਲੋਕ ਜਾਂਦੇ ਆ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਜਾਂ ਪੱਛਮੀ ਦੇਸ਼ਾਂ ਦੇ ਵਿੱਚ, ਜਦੋਂ ਲੋਕਲ ਖੇਤਾਂ ਦੇ ਵਿੱਚ ਕੰਮ ਕਰਦੇ ਆ ਤੇ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਉਹਨਾਂ ਸਥਾਨਕ ਬੋਲਾਂ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰ ਲੈਂਦੇ ਆ। ਉਹ ਟਰਾਂਸਲੇਸ਼ਨ ਪੰਜਾਬੀ ਦੇ ਵਿੱਚ ਫਿਰ ਉਚਾਰਨ ਸ਼ੁਰੂ ਕਰ ਦਿੰਦੇ ਆ। ਬੇਸ਼ੱਕ ਮੂਲ ਸ਼ਬਦ ਉਹੀ ਰਹਿੰਦੇ ਆ, ਪਰ ਉਹਨਾਂ ਦਾ ਉਚਾਰਨ ਆਪਣੇ ਹਿਸਾਬ ਨਾਲ ਕਰ ਲੈਂਦੇ ਆ। ਉਹ ਕਹਿੰਦੇ ਵੀ ਇਹ ਤਾਂ ਉਚਾਰਨ ਅਸੀਂ ਆਪਣੀ ਭਾਸ਼ਾ ਦੇ ਵਿੱਚ ਕਰ ਲਿਆ, ਪਰ ਜਿਹੜੀ ਸਾਡੀ ਮੂਲ ਭਾਸ਼ਾ ਉਹ ਖਤਮ ਹੋ ਰਹੀ ਹੈ ਇੱਥੇ ਆ ਕੇ। ਸਾਡਾ ਸੱਭਿਆਚਾਰ ਸਾਡੇ ਤੋਂ ਦੂਰ ਜਾ ਰਿਹਾ, ਸਾਡੀ ਪਹਿਚਾਣ ਖਤਮ ਹੋ ਰਹੀ ਹੈ। ਉਸ ਪਹਿਚਾਣ ਨੂੰ ਕੀ ਕਰੇਗਾ ਮੇਰੇ ਭਰਾ? ਇੱਥੇ ਆ ਕੇ ਗੱਲ ਖਤਮ ਕਰ ਦਿੰਦੀ ਹੈ। ਦੂਸਰੀ ਕਵਿਤਾ ਜਿਹੜੀ ਹੈਗੀ ਪਹਿਲੀ ਵਤਨ ਫੇਰੀ। ਪਹਿਲੀ ਵਤਨ ਫੇਰੀ ਦੇ ਵਿੱਚ ਲੇਖਕ ਕੀ ਕਹਿਣਾ ਚਾਹੁੰਦਾ ਹੈ, ਕਵੀ ਕੀ ਕਹਿਣਾ ਚਾਹੁੰਦਾ? ਬਹੁਤ ਹੀ ਭਾਵਪੂਰਨ, ਬਹੁਤ ਵਧੀਆ ਕਵਿਤਾ ਇਹਦੀ। ਇਹ ਦੇਖਦੇ ਆਪਾਂ ਲੇਖਕ ਕਵੀ ਕੀ ਕਹਿੰਦਾ ਇਸ ਕਵਿਤਾ ਦੇ ਵਿੱਚ। ਪਹਿਲੀ ਵਾਰੀ, ਜਦੋਂ ਮੈਂ ਦੋਸਤਾਂ ਨੂੰ ਜਾ ਕੇ ਕਿਹਾ ਵਾਪਸ ਆ ਗਿਆ, ਕਹਿੰਦਾ ਮੈਂ ਆਪਣੇ ਦੋਸਤਾਂ ਨੂੰ ਜਾ ਕੇ ਗੱਲ ਕਹੀ ਕਿ ਮੈਂ ਆਪਣੇ ਦੇਸ਼ ਵਾਪਸ ਆ ਗਿਆ, ਉਹ ਹੈਰਾਨ ਹੋ ਕੇ ਮੇਰੇ ਮੂੰਹ ਵੱਲ ਵੇਖਣ ਲੱਗ ਪਏ। ਮੈਂ ਕਿਹਾ ਉਸ ਦੇਸ਼ ਵਿੱਚ ਬਰਫ਼ ਬਹੁਤ ਪੈਂਦੀ ਹੈ। ਕਹਿੰਦਾ ਮੈਂ ਆਪਣੇ ਦੋਸਤਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਮੈਂ ਵਾਪਸ ਆ ਗਿਆ, ਉਸ ਦੇਸ਼ ਦੇ ਵਿੱਚ ਤਾਂ ਯਾਰ ਬਰਫ਼ ਹੀ ਬਰਫ਼ ਪੈਂਦੀ ਹੈ, ਕੁਛ ਹੋਰ ਹੈ ਹੀ ਨਹੀਂ ਇਕੱਲੀ ਬਰਫ਼ ਤੋਂ ਬਗੈਰ। ਘਰਾਂ ਤੇ ਬਰਫ਼, ਸਿਰਾਂ ਤੇ ਬਰਫ਼, ਰੂਹਾਂ ਤੇ ਬਰਫ਼, ਰਿਸ਼ਤੇ ਬਰਫ਼ ਬਰਫ਼, ਚਾਹ ਵੀ ਬਰਫ਼ ਦੇ ਪਿਆਲੇ ਵਿੱਚ। ਉੱਥੇ ਅੱਗ ਚੋਂ ਵੀ ਬਰਫ਼ ਦਾ ਭੁਲੇਖਾ ਪੈਂਦਾ ਹੈ। ਮੈਂ ਉੱਥੇ ਬਰਫ਼ 'ਚ ਖੜੇ ਰੁੱਖ ਵਾਂਗ ਰਹਿੰਦਾ ਹਾਂ। ਦੋਸਤਾਂ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਨਾਦਾਨ ਨਾ ਬਣ। ਕਹਿੰਦਾ ਵੀ ਮੇਰੇ ਦੋਸਤ ਕਹਿੰਦੇ ਵੀ ਤੂੰ ਵਾਪਸ ਆਉਣ ਦੀ ਗੱਲ ਕਰਦਾ, ਤੂੰ ਕਿਉਂ ਵਾਪਸ ਆਉਣ ਦੀ ਗੱਲ ਕਰਦਾ? ਤੂੰ ਨਾਦਾਨ ਵਾਲੀਆਂ ਗੱਲਾਂ ਕਰਦਾ, ਬੇਕੂਫਾਂ ਵਾਲੀਆਂ ਗੱਲਾਂ ਕਰਦਾ। ਜਦੋਂ ਮੈਂ ਆਪਣੇ ਦੋਸਤਾਂ ਨੂੰ ਜਾ ਕੇ ਕਿਹਾ ਵੀ ਮੈਂ ਉਹ ਦੇਸ਼ ਛੱਡ ਕੇ ਵਾਪਸ ਇੱਥੇ ਆ ਗਿਆ, ਕਿਉਂਕਿ ਉੱਥੇ ਸਾਰੇ ਪਾਸੇ ਬਰਫ਼ ਹੀ ਬਰਫ਼ ਹੈ। ਇੰਗਲੈਂਡ ਦੀ ਗੱਲ ਕਰਦਾ ਹੈ। ਘਰਾਂ ਦੇ ਵਿੱਚ ਵੀ ਬਰਫ਼ ਹੈ, ਰੂਹਾਂ ਦੇ ਉੱਪਰ ਵੀ ਬਰਫ਼ ਹੈ, ਚਾਹ ਦਾ ਪਿਆਲਾ ਵੀ ਬਰਫ਼ ਹੈ। ਕਹਿੰਦਾ ਉੱਥੇ ਅੱਗ ਚੋਂ ਵੀ ਬਰਫ਼ ਦੇ ਭੁਲੇਖੇ ਪੈਂਦੇ ਆ। ਮੈਂ ਉੱਥੇ ਬਰਫ਼ 'ਚ ਖੜੇ ਰੁੱਖ ਵਾਂਗ ਰਹਿੰਦਾ। ਦੋਸਤਾਂ ਨੇ ਕਹਿੰਦਾ ਮੈਨੂੰ ਕਿਹਾ ਮੋਢੇ ਤੇ ਹੱਥ ਰੱਖ ਕੇ, ਕਹਿੰਦੇ ਨਾਦਾਨ ਨਾ ਬਣ, ਮੂਰਖ ਨਾ ਬਣ, ਬੇਕੂਫ ਨਾ ਬਣ। ਉੱਥੇ ਬਰਫ਼ ਵਿੱਚ ਵੀ ਬਹੁਤ ਕੁਛ ਹੈ। ਕਹਿੰਦੇ ਤੂੰ ਰੁਜ਼ਗਾਰ ਤਾਂ ਹੈਗਾ ਨਾ ਤੇਰੇ ਕੋਲੇ, ਉਸ ਬਰਫ਼ ਦੇ ਵਿੱਚ ਵੀ ਬਹੁਤ ਕੁਛ ਮਿਲ ਜੂਗਾ ਤੈਨੂੰ। ਤੂੰ ਨਾਦਾਨ ਨਾ ਬਣ, ਉਹ ਦੇਸ਼ ਨਹੀਂ ਛੱਡਣਾ, ਉੱਥੇ ਵਾਪਸ ਚਲੇ ਜਾ। ਮੈਂ ਸਹਿਮਤੀ ਵਿੱਚ ਸਿਰ ਹਿਲਾਇਆ ਪਰ ਚੁੱਪ ਨਾ ਹੋ ਸਕਿਆ। ਉੱਥੇ ਬਰਫ਼ ਲੱਗਿਆ ਉਹ ਆਪਣੇ ਖਾਨਦਾਨ ਪਰਖਦੇ ਆ। ਕਹਿੰਦੇ ਵੀ ਉਹ ਲੋਕ ਆਪਣੇ ਖਾਨਦਾਨ ਨੂੰ ਪਰਖਦੇ ਆ, ਆਪਣੇ ਜਾਤੀ ਪਰਖਦੇ ਆ, ਆਪਣੇ ਦੇਸ਼ ਨੂੰ ਗਾਲਾਂ ਕੱਢਦੇ ਆ, ਸਾਨੂੰ ਗਾਲਾਂ ਕੱਢਦੇ ਆ ਉਹ। ਮੈਂ ਉਸ ਤਰ੍ਹਾਂ ਦੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਰਹਿ ਸਕਦਾ? ਇਸ ਤਰ੍ਹਾਂ ਤੱਕਦੇ ਆ ਜਿਵੇਂ ਮੈਂ ਕਿਸੇ ਭੁੱਖ ਤ੍ਰੇਹ ਨਾਲ ਮੂਰਛਿਤ ਹੋ ਕੇ ਡਿੱਗੀ ਮਾਂ ਦੇ ਬੱਚਾ ਹੋਵਾਂ ਤੇ ਦੂਰ ਸੇਬ ਦਾ ਬਿਰਖ ਵੇਖ ਕੇ ਆਪ ਮੁਹਾਰੇ ਨੱਸ ਉੱਠਿਆ ਹੋਵਾਂ। ਕਹਿੰਦਾ ਮੈਨੂੰ ਐਂ ਲੱਗਦਾ ਕਿ ਜਿਵੇਂ ਮੈਂ ਭੁੱਖੇ ਦੇਸ਼ ਦਾ ਵਾਸੀ ਹੋਵਾਂ ਤੇ ਮੈਂ ਸਿਰਫ ਤੇ ਸਿਰਫ ਉੱਥੇ ਖਾਣ ਪੀਣ ਦੇ ਲਈ ਗਿਆ ਹੋਵਾਂ। ਮੰਗਤੇ ਦੀ ਤਰ੍ਹਾਂ ਮੈਨੂੰ ਦੇਖਦੇ ਆ ਉਹ, ਤੇ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਮੈਂ ਗਲਤ ਦੇਸ਼ ਦੇ ਵਿੱਚ ਜਾ ਕੇ ਰਹਿਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਮੈਨੂੰ ਆਪਣੇ ਆਪ ਦੇ ਉੱਪਰ ਗਲਾਨੀ ਆਉਂਦੀ ਹੈ, ਮੈਨੂੰ ਆਪਣੇ ਆਪ ਦੇ ਉੱਪਰ ਸ਼ਰਮ ਆਉਂਦੀ ਹੈ, ਤੇ ਮੈਨੂੰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਆਜ਼ਾਦੀ ਚਾਹੀਦੀ ਹੈ। ਮੈਂ ਵਾਪਸ ਆਪਣੇ ਦੇਸ਼ ਦੇ ਵਿੱਚ ਆ ਕੇ ਵੱਸਣਾ ਚਾਹੁੰਦਾ। ਆਪ ਮੁਹਾਰੇ ਨੱਸ ਉੱਠਿਆ ਹੋਵਾਂ, ਮੇਰੇ ਵੱਲ ਇਸ ਤਰ੍ਹਾਂ ਵੇਖਦੇ ਹਨ ਜਿਵੇਂ ਮੈਂ ਹਵਾਈ ਜਹਾਜ਼ ਤੋਂ ਨਹੀਂ, ਕਾਮਾ ਕਾਟਾ ਮਾਰੂ ਤੋਂ ਚੋਰ ਭਲਾਈ ਦੇ ਕੇ ਉੱਤਰ ਆਇਆ ਹੋਵਾਂ। ਕਹਿੰਦਾ ਮੈਨੂੰ ਐਂ ਲੱਗਦਾ ਕਿ ਜਿਵੇਂ ਮੈਂ ਚੋਰੀ ਛੁਪੇ ਉਹਨਾਂ ਦੇਸ਼ ਦੇ ਵਿੱਚ ਗਿਆ ਹੋਵਾਂ। ਕਾਮਾ ਕਾਟਾ ਮਾਰੂ ਜਹਾਜ਼ ਦੀ ਇੱਕ ਘਟਨਾ, ਬਹੁਤ ਵੱਡੀ ਘਟਨਾ ਵਿਦਿਆਰਥੀਓ। ਜਦੋਂ ਸਾਡਾ ਦੇਸ਼ ਗੁਲਾਮ ਸੀਗਾ 1913-14 ਦੇ ਵਿੱਚ, ਸਰਹਾਲੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਦਾ ਇੱਕ ਨੌਜਵਾਨ ਗੁਰਦਿੱਤ ਸਿੰਘ ਕਾਮਾ ਕਾਟਾ ਮਾਰੂ ਜਹਾਜ਼ ਨੂੰ ਲੈ ਕੇ ਜਾਂਦਾ ਕਿਰਾਏ ਤੇ। ਕੈਨੇਡਾ ਦੀ ਸਰਕਾਰ ਨੇ ਸਾਡੇ ਭਾਰਤੀਆਂ ਦੇ ਉੱਪਰ ਕੈਨੇਡਾ ਦੇ ਵਿੱਚ ਪ੍ਰਵੇਸ਼ ਕਰਨ ਦੇ ਲਈ ਕੁਝ ਪਾਬੰਦੀਆਂ ਲਾਈਆਂ ਸੀ। ਉਹਨਾਂ ਨੇ 2 ਸ਼ਰਤਾਂ ਰੱਖੀਆਂ ਸੀ। ਇੱਕ ਤਾਂ ਵੀ ਤੁਹਾਡਾ ਜਹਾਜ਼ ਆਪਣਾ ਹੋਣਾ ਚਾਹੀਦਾ, ਦੂਸਰਾ ਤੁਹਾਡੀਆਂ ਟਿਕਟਾਂ ਸਿੱਧੀਆਂ ਕੱਟੀਆਂ ਹੋਣੀਆਂ ਚਾਹੀਦੀਆਂ ਤੁਹਾਡੇ ਦੇਸ਼ ਦੇ ਵਿੱਚੋਂ। ਉਹਨੇ ਕੀ ਕੀਤਾ ਕਿ ਕਾਮਾ ਕਾਟਾ ਮਾਰੂ ਜਹਾਜ਼ ਸੀਗਾ ਜਾਪਾਨ ਦਾ, ਉਹਨੂੰ $57,000 ਦੇ ਵਿੱਚ ਕਿਰਾਏ ਤੇ ਲੈ ਕੇ ਇੰਡੀਆ ਦੇ ਵਿੱਚੋਂ ਸਿੱਧਾ ਕੈਨੇਡਾ ਦੇ ਵੱਲ ਤੋਰ ਲਿਆ। ਦੋਨੇ ਸ਼ਰਤਾਂ ਪੂਰੀਆਂ ਕਰਤੀਆਂ ਉਹਨੇ। ਪਰ ਜਦੋਂ ਉਹ
ਕੈਨੇਡਾ ਦੀ ਬੰਦਰਗਾਹ ਤੇ ਉੱਪਰ ਜਾ ਕੇ ਲੱਗਿਆ ਤਾਂ ਉਹਨਾਂ ਨੇ ਕੈਨੇਡਾ ਦੇ ਵਿੱਚ ਉਹਨਾਂ ਲੋਕਾਂ ਨੂੰ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ। ਉਹਦਾ ਕਾਰਨ ਕੀ ਸੀਗਾ ਕਿ ਉਹ ਇੰਗਲੈਂਡ ਦੀ ਸਰਕਾਰ ਦੇ ਪ੍ਰਭਾਵ ਹੇਠ ਸੀਗੀ ਕੈਨੇਡਾ ਦੀ ਸਰਕਾਰ, ਤੇ ਉਹ ਨਹੀਂ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਲੋਕ ਆ ਕੇ ਪ੍ਰਵਾਸ ਕਰਨ, ਸਾਡੇ ਦੇਸ਼ ਦੇ ਵਿੱਚ ਆ ਕੇ ਲੋਕ ਉਹ ਕੰਮ ਕਰਨ। ਇਸ ਕਰਕੇ ਉਹਨਾਂ ਨੇ ਉਹਨੂੰ ਰੋਕਤਾ ਸੀਗਾ। ਉੱਥੇ ਕਈ ਮਹੀਨੇ ਉਹ ਸਮੁੰਦਰ ਦੇ ਵਿੱਚ ਖੜਾ ਰਿਹਾ ਜਹਾਜ਼, ਫਿਰ ਵਾਪਸ ਭੇਜ ਦਿੱਤਾ ਗਿਆ। ਉਧਰੋਂ ਗਦਰ ਲਹਿਰ ਵੀ, ਗਦਰ ਪਾਰਟੀ ਵੀ ਭਾਰਤ ਦੇ ਵਿੱਚ ਗਦਰ ਮਚਾਉਣਾ ਚਾਹੁੰਦੀ ਸੀ। ਉਹ ਦੋਨੇ ਇਕੱਠੇ ਹੀ ਆਏ ਔਰ ਜਦੋਂ ਬਜਬਜ ਘਾਟ ਤੇ ਆ ਕੇ ਕਲਕੱਤੇ ਲੱਗਿਆ ਕੰਮ ਗਾਟਾ ਮਾਰੂ ਜਹਾਜ਼, ਤਾਂ ਉਹਦੇ ਤੇ ਗੋਲੀ ਚਲਾ ਦਿੱਤੀ ਗਈ। ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ। ਉਸ ਜਹਾਜ਼ ਦਾ ਜ਼ਿਕਰ ਕੀਤਾ, ਕਹਿੰਦਾ ਵੀ ਮੈਨੂੰ ਐਂ ਲੱਗਦਾ ਹੈ ਕਿ ਉਹਨਾਂ ਲੋਕਾਂ ਨੂੰ, ਜਿਵੇਂ ਮੈਂ ਚੋਰੀ ਛੁਪੇ ਉਹਨਾਂ ਦੇਸ਼ ਦੇ ਵਿੱਚ ਪ੍ਰਵੇਸ਼ ਕਰ ਰਿਹਾ ਹੋਵਾਂ, ਚੋਰੀ ਛੁਪੇ ਉਹਨਾਂ ਦੇਸ਼ ਦੇ ਵਿੱਚ ਜਾ ਰਿਹਾ ਹੋਵਾਂ, ਇੱਦਾਂ ਉਹ ਮੇਰੇ ਤੇ ਤੰਜ ਕੱਸਦੇ ਆ। ਚੋਰ ਭਲਾਈ ਦੇ ਕੇ ਉੱਤਰ ਆਇਆ ਹੋਵਾਂ। ਲੰਦਨ ਵਿੱਚ ਜਦੋਂ ਅੱਬੜ ਵਾਹੇ ਉੱਠ ਕੇ ਉਹ ਖੁਸ਼ੀ ਸਹਾਨੀਅਤ ਦਾ ਮਾਤਮ ਕਰਦੇ ਹਨ ਤਾਂ ਮੈਨੂੰ ਫਿਰ ਗੁਲਾਮਾਂ ਦੀ ਕਤਾਰ ਵਿੱਚ ਖੜਾ ਕਰ ਲੈਂਦੇ ਆ। ਜਦੋਂ ਕਹਿੰਦਾ ਲੰਦਨ ਦੇ ਲੋਕ ਸੁਬਾਹ ਉੱਠਦੇ ਆ ਤੇ ਉਹਨਾਂ ਨੂੰ ਲੱਗਦਾ ਹੈ ਕਿ ਜਿਵੇਂ ਸਾਡੀ ਸਮੁੱਚੀ ਦੁਨੀਆ ਦੇ ਉੱਪਰ ਜਿਹੜਾ ਰਾਜ ਸੀ ਉਹ ਖੁੱਸ ਗਿਆ ਹੁੰਦਾ। ਖੁਸ਼ੀ ਸਹਾਨੀਅਤ ਸਾਡਾ ਰਾਜ ਖੁੱਸ ਗਿਆ ਸੀਗਾ। ਸਾਡਾ ਵਤਨ ਸਿਰਫ ਇਕੱਲਾ ਇੰਗਲੈਂਡ ਤੇ ਕੀ ਸੀਮਤ ਰਹਿ ਗਿਆ। ਕਿਸੇ ਟਾਈਮ ਸਾਡੀ ਸਾਰੀ ਦੁਨੀਆ ਦੇ ਉੱਪਰ ਰਾਜ ਹੁੰਦਾ ਸੀਗਾ। ਇਸ ਚੀਜ਼ ਦਾ ਮਾਤਮ ਕਰਦੇ ਆ। ਪਰ ਫਿਰ ਉਹ ਦੇਖਦੇ ਆ ਕਿ ਜਿਹੜੇ ਵਿਦੇਸ਼ੀ ਲੋਕ ਆਏ ਆ, ਗੁਲਾਮ ਦੇਸ਼ਾਂ ਦੇ ਲੋਕ, ਕਿਸੇ ਟਾਈਮ ਇੰਡੀਆ ਸਾਡਾ ਗੁਲਾਮ ਸੀਗਾ ਤੇ ਉਹ ਮੈਨੂੰ ਗੁਲਾਮਾਂ ਦੀ ਕਤਾਰ ਦੇ ਵਿੱਚ ਖੜਾ ਕਰ ਲੈਂਦੇ ਆ। ਮੈਨੂੰ ਉਸੇ ਤਰ੍ਹਾਂ ਦੇ ਨਾਲ ਗੁਲਾਮ ਦੇਸ਼ ਦਾ ਵਾਸੀ ਸਮਝਦੇ ਆ ਤੇ ਮੈਥੋਂ ਉਸੇ ਤਰ੍ਹਾਂ ਦਾ ਕੰਮ ਲੈਣ ਦੀ ਕੋਸ਼ਿਸ਼ ਕਰਦੇ ਆ। ਖੁਸ਼ ਹੋ ਜਾਂਦੇ ਹਨ, ਦੁੱਖ ਭੁੱਲ ਜਾਂਦੇ ਹਨ, ਬਾਈਬਲ ਖੋਲ ਕੇ ਨਵੇਂ ਸਿਰਿਓਂ ਜਾਤ ਪਾਤ ਦਾ ਸਿਲਸਿਲਾ ਸ਼ੁਰੂ ਕਰ ਲੈਂਦੇ ਹਨ। ਹੁਣ ਕਹਿੰਦੇ ਵੀ ਫਿਰ ਉਹ ਮੈਨੂੰ ਪਾਸੇ ਕਰਕੇ ਤੇ ਮੈਨੂੰ ਸਭ ਤੋਂ ਨੀਵੀਂ ਜਾਤ ਦੇ ਵਿੱਚ ਰੱਖ ਲੈਂਦੇ ਆ। ਭਾਰਤ ਦੇ ਵਿੱਚ 4 ਜਾਤਾਂ ਸੀਗੀਆਂ, ਇੱਕ ਬ੍ਰਾਹਮਣ, ਇੱਕ ਸੀਗਾ ਦੂਸਰੇ ਨੰਬਰ ਤੇ ਖੱਤਰੀ, ਤੀਸਰੇ ਤੇ ਵੈਸ਼, ਚੌਥੇ ਤੇ ਸ਼ੂਦਰ ਸਭ ਤੋਂ ਨੀਵੀਂ ਜਾਤ ਸੀਗੀ। ਔਰ ਕਹਿੰਦਾ ਮੈਨੂੰ ਉਹ ਸ਼ੂਦਰਾਂ ਦੀ ਸ਼੍ਰੇਣੀ ਦੇ ਵਿੱਚ ਰੱਖ ਲੈਂਦੇ ਆ। ਸਾਡੇ ਜਿਹੜੇ ਪ੍ਰਵਾਸ ਦੇ ਵਿੱਚ ਲੋਕ ਪ੍ਰਵਾਸ ਦੇ ਵਿੱਚ ਜਾਂਦੇ ਆ, ਪ੍ਰਵਾਸ ਧਾਰਨ ਕਰਦੇ ਆ, ਸਭ ਤੋਂ ਪਹਿਲਾਂ ਉਹ ਕੰਮ ਉੱਥੇ ਉਹਨਾਂ ਨੂੰ ਕਈ ਵਾਰੀ ਕਰਨੇ ਪੈਂਦੇ ਆ ਕਿ ਜਿਹੜੇ ਕੰਮ ਸਾਡੇ ਉੱਥੋਂ ਦੇ ਲੋਕਲ ਲੋਕ ਨਹੀਂ ਕਰਨਾ ਚਾਹੁੰਦੇ, ਔਰ ਉਸੇ ਤਰ੍ਹਾਂ ਦੇ ਉਹ ਕੰਮ ਕਰਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆ। ਬਹੁਤ ਦੁੱਖਾਂ ਤੇ ਤਕਲੀਫਾਂ ਵਾਲੀ ਜ਼ਿੰਦਗੀ ਹੁੰਦੀ ਹੈ। ਬੇਸ਼ੱਕ ਆ ਕੇ ਉਹ ਜੋ ਮਰਜ਼ੀ ਕਹੀ ਜਾਣ, ਪਰ ਕਿਤੇ ਨਾ ਕਿਤੇ ਜਿਹੜੇ ਅਨਪੜ੍ਹ ਲੋਕ ਹੁੰਦੇ ਵਿਚਾਰੇ ਨੂੰ, ਉਹਨਾਂ ਨੂੰ ਸਾਰੇ ਕੰਮ ਉਹ ਕਰਨੇ ਪੈਂਦੇ ਆ। ਸੋ ਵਿਦਿਆਰਥੀਓ, ਇਹ ਜਿਹੜੀ ਹੈਗੀ ਵਿਦਿਆਰਥੀਓ ਜਿਹੜੇ ਸਾਡੇ ਪ੍ਰਵਾਸੀ ਪੰਜਾਬੀ ਲੋਕ ਹੈ ਨਾ, ਉਹਨਾਂ ਦੇ ਨਾਲ ਉਹ ਲੋਕ ਬਹੁਤਾ ਵਧੀਆ ਬਿਹੇਵ ਨਹੀਂ ਕਰਦੇ। ਲੋਕਲ ਲੋਕ ਹੈ, ਉਹਨਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ। ਉਹਦਾ ਕਾਰਨ ਕੀ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਜਿਵੇਂ ਉਹਨਾਂ ਦੇ ਰੁਜ਼ਗਾਰ ਦੇ ਉੱਪਰ ਜਾ ਕੇ ਇਹਨਾਂ ਨੇ ਕਬਜ਼ੇ ਕਰ ਲਏ ਹੁੰਦੇ ਆ। ਹਾਲਾਂਕਿ ਜਿਹੜੇ ਸਾਡੇ ਪੰਜਾਬੀ ਲੋਕ ਜਾਂ ਭਾਰਤੀ ਲੋਕ ਜਾਂਦੇ ਆ ਉੱਥੇ, ਉਹ ਕੰਮ ਵੀ ਕਰਨੇ ਪੈਂਦੇ ਉਹਨਾਂ ਨੂੰ ਜਿਹੜੇ ਕੰਮ ਉਹਨਾਂ ਦੇ ਲੋਕਲ ਲੋਕ ਨਹੀਂ ਕਰਨਾ ਚਾਹੁੰਦੇ। ਜਿਸ ਤਰ੍ਹਾਂ ਸਾਡੇ ਪ੍ਰਵਾਸੀ ਮਜ਼ਦੂਰ ਆ ਕੇ ਪੰਜਾਬ ਦੇ ਵਿੱਚ ਕੰਮ ਕਰਦੇ ਆ ਨਾ, ਉਸੇ ਤਰ੍ਹਾਂ ਦੇ ਨਾਲ ਸਾਡੇ ਪੰਜਾਬੀ ਲੋਕ ਜਾ ਕੇ ਪ੍ਰਵਾਸ ਦੇ ਵਿੱਚ ਇੱਕ ਵਾਰੀ ਕੰਮ ਕਰਦੇ ਆ, ਪਰ ਉੱਥੋਂ ਦੀ ਜਿਹੜੀ ਜ਼ਿੰਦਗੀ ਹੈਗੀ ਹੈ ਉਹ ਫਿਰ ਵੀ ਆਪਣੇ ਇੱਥੋਂ ਦੀ ਭਾਰਤੀ ਜ਼ਿੰਦਗੀ ਨਾਲੋਂ ਵਧੀਆ ਸਮਝਦੇ ਆ। ਹੁਣ ਇਹੀ ਗੱਲ ਕਵੀ ਕਹਿੰਦਾ ਇੱਥੇ, ਕਹਿੰਦਾ ਵੀ ਉਹ ਸਾਡੇ ਨਾਲ ਨਫ਼ਰਤ ਕਰਕੇ, ਸਾਨੂੰ ਦੁੱਖ ਪਹੁੰਚਾ ਕੇ, ਸਾਨੂੰ ਇੱਕ ਤਰ੍ਹਾਂ ਦੇ ਨਾਲ ਉਸ ਤਰ੍ਹਾਂ ਦੀ ਦੁੱਖ ਦੇ ਕੇ ਖੁਸ਼ ਹੋ ਜਾਂਦੇ ਆ। ਕਹਿੰਦਾ ਵੀ ਆਪਣੇ ਜਿਹੜਾ ਉਹਨਾਂ ਦੀ ਰਾਜ ਖੁੱਸ ਗਿਆ ਸੀਗਾ ਉਹਦੇ ਤੇ ਉਹ ਮਾਤਮ ਕਰਦੇ ਆ, ਪਰ ਫਿਰ ਵੀ ਸਾਨੂੰ ਗੁਲਾਮਾਂ ਦੀ ਕਤਾਰ ਵਿੱਚ ਖੜਾ ਕਰ ਲੈਂਦੇ ਹਨ। ਖੁਸ਼ ਹੋ ਜਾਂਦੇ ਹਨ, ਦੁੱਖ ਭੁੱਲ ਜਾਂਦੇ ਆ ਆਪਣੇ। ਉਹ ਬਾਈਬਲ ਖੋਲ ਕੇ ਨਵੇਂ ਸਿਰਿਓਂ ਜਾਤ ਪਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਨ ਤੇ ਮੈਨੂੰ ਆਪਣੇ ਆਪ ਹੀ ਸ਼ੂਦਰਾਂ ਦੀ ਸ਼੍ਰੇਣੀ ਵਿੱਚ ਖੜਾ ਕਰ ਲੈਂਦੇ ਹਨ। ਬਾਈਬਲ ਚੋਂ ਵਾਕ ਲੈਂਦੇ ਹਨ ਤੇ ਮੁਸਕਾਉਂਦੇ ਹਨ। ਈਸਾ ਤੋਂ ਮੇਰੇ ਪਾਪ ਬਖਸ਼ਾਉਣ ਦਾ ਭਰੋਸਾ ਦਿਵਾਉਂਦੇ ਹਨ। ਤੇ ਫਿਰ ਮੈਨੂੰ ਕਹਿੰਦੇ ਵੀ ਤੂੰ ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਧਰਮ ਦੇ ਵਿੱਚ ਆ ਕੇ ਸ਼ਾਮਲ ਹੋ ਜਾ, ਫਿਰ ਕੋਈ ਗੱਲ ਨਹੀਂ, ਤੇਰੇ ਸਾਰੇ ਪਾਪ ਵੀ ਅਸੀਂ ਬਖਸ਼ਾ ਦੇਵਾਂਗੇ। ਕਹਿਣ ਦਾ ਭਾਵ ਕਿ ਆਪਣੀ ਪਹਿਚਾਣ ਖਤਮ ਕਰਕੇ ਸਾਡੀ ਪਹਿਚਾਣ ਨੂੰ ਧਾਰਨ ਕਰ ਲਾ, ਤਾਂ ਕਰਕੇ ਤੈਨੂੰ ਇੱਥੇ ਕੋਈ ਦੁੱਖ ਨਹੀਂ ਹੋਊਗਾ, ਤੈਨੂੰ ਕੋਈ ਤਕਲੀਫ ਨਹੀਂ ਹੋਊਗੀ। ਪਰ ਜਿਹੜਾ ਪੰਜਾਬੀ ਬੰਦਾ ਆਪਣੀ ਪਹਿਚਾਣ ਛੱਡਣਾ ਨਹੀਂ ਚਾਹੁੰਦਾ। ਭਰੋਸਾ ਦਿਵਾਉਂਦੇ ਹਨ। ਮੈਂ ਆਪਣੇ ਗੋਡੇ ਨੰਗੇ ਕੀਤੇ ਦੋਸਤਾਂ ਨੂੰ ਦਿਖਾਉਂਦਿਆਂ ਕਿਹਾ, ਜਦੋਂ ਅਫਰੀਕਾ ਵਿੱਚ ਆਪਣਿਆਂ ਦੀਆਂ ਪੱਗਾਂ ਲੱਥੀਆਂ ਸਨ, ਦਾੜੀਆਂ ਵਾਲ ਹੋਈਆਂ ਸਨ, ਧੱਕੇ ਵੱਜੇ ਸਨ, ਤਾਂ ਸੁਣ ਕੇ ਮੇਰੇ ਵੀ ਪੈਰ ਉਖੜ ਗਏ, ਡਿੱਗ ਕੇ ਮੇਰੇ ਵੀ ਗੋਡੇ ਉੱਚੜ ਗਏ। ਇਹ ਇੱਕ ਨਵੀਂ ਘਟਨਾ ਦਾ ਜ਼ਿਕਰ ਕਰਦਾ ਕਵੀ। ਸਾਡੇ ਬਹੁਤ ਸਾਰੇ ਲੋਕ ਜਦੋਂ ਪ੍ਰਵਾਸ ਕਰਦੇ ਹੈਗੇ, ਜਦੋਂ ਸਾਡਾ ਦੇਸ਼ ਗੁਲਾਮ ਸੀਗਾ ਨਾ, ਇੱਥੋਂ ਪੰਜਾਬੀਆਂ ਨੂੰ
ਅੰਗਰੇਜ਼ਾਂ ਨੇ ਅਫਰੀਕਨ ਕੰਟਰੀਆਂ ਦੇ ਵਿੱਚ ਵੀ ਸੈਟਲ ਕੀਤਾ ਸੀਗਾ। ਉੱਥੇ ਜਿਹੜੇ ਕੰਮ ਹੋ ਰਹੇ ਸੀਗੇ ਨਵੇਂ ਵਿਕਾਸ ਦੇ ਕੰਮ ਕਰ ਲਓ ਕਹਿ ਲਓ ਜਾਂ ਫੈਕਟਰੀਆਂ ਦੇ ਵਿੱਚ ਸਾਡੇ ਲੋਕਾਂ ਨੂੰ ਉੱਥੇ ਕੰਮ ਦਿੱਤਾ ਗਿਆ ਤੇ ਉਹ ਉੱਥੇ ਸੈਟਲ ਹੋ ਗਏ ਸੀਗੇ, ਕੀਨੀਆ ਦੇ ਵਿੱਚ, ਅਫਰੀਕਾ ਦੇ ਹੋਰ ਕੰਟਰੀਜ਼ ਦੇ ਵਿੱਚ ਵੀ। ਜਿਵੇਂ ਸਾਡਾ ਭਾਰਤ ਦੇਸ਼ ਆਜ਼ਾਦ ਹੋਇਆ, ਜਦੋਂ ਅਫਰੀਕਨ ਕੰਟਰੀ ਆਜ਼ਾਦ ਹੋ ਗਏ ਤਾਂ ਉਹਨਾਂ ਨੇ ਪੰਜਾਬੀਆਂ ਨਾਲ ਵੀ ਉਸੇ ਤਰ੍ਹਾਂ ਦਾ ਹੀ ਵਿਵਹਾਰ ਕੀਤਾ ਜਿਸ ਤਰ੍ਹਾਂ ਨਾਲ ਅੰਗਰੇਜ਼ਾਂ ਨਾਲ ਕੀਤਾ ਸੀ, ਤੇ ਉੱਥੇ ਉਹਨਾਂ ਨੂੰ ਕੁੱਟਿਆ ਗਿਆ, ਭਜਾਇਆ ਗਿਆ ਤੇ ਬਹੁਤ ਸਾਰੇ ਪੰਜਾਬੀ ਸਾਡੇ ਉਦੋਂ ਉੱਥੇ ਤਕਲੀਫ ਦੇ ਵਿੱਚ ਆਏ, ਦੁੱਖਾਂ ਦੇ ਵਿੱਚ ਆਏ ਤੇ ਫਿਰ ਉੱਥੋਂ ਅਫਰੀਕਨ ਕੰਟਰੀ ਛੱਡ ਕੇ ਉਹ ਇੰਗਲੈਂਡ ਦੇ ਵਿੱਚ ਜਾ ਕੇ ਸੈਟਲ ਹੋਣਾ ਪਿਆ ਉਹਨਾਂ ਨੂੰ। ਕਹਿੰਦਾ ਵੀ ਮੈਂ ਸਾਡੇ ਪੰਜਾਬੀ ਜਿਹੜੇ ਇੱਧਰਲੇ ਪੰਜਾਬੀ ਵਸਦੇ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਦੁੱਖ ਝੱਲਣੇ ਪੈਂਦੇ ਆ ਪ੍ਰਵਾਸ ਦੇ ਵਿੱਚ, ਇਸ ਤਰ੍ਹਾਂ ਦੇ ਦੁੱਖ ਦੇਖਣੇ ਪੈਂਦੇ ਆ ਪ੍ਰਵਾਸ ਦੇ ਵਿੱਚ, ਪਰ ਕਹਿੰਦਾ ਸਾਡੇ ਪੰਜਾਬੀ ਤਾਂ ਇਹ ਗੱਲ ਸੁਣਨਾ ਹੀ ਨਹੀਂ ਚਾਹੁੰਦੇ ਸੀ। ਉਹ ਤਾਂ ਪ੍ਰਵਾਸ ਧਾਰਨ ਕਰਨ ਦੇ ਲਈ ਤਤਪਰ ਸੀਗੇ, ਉਹ ਪੰਜਾਬ ਦੇ ਵਿੱਚੋਂ ਨਿਕਲਣਾ ਚਾਹੁੰਦੇ ਸੀ ਤੇ ਪ੍ਰਵਾਸ ਦੇ ਵਿੱਚ ਜਾਣਾ ਚਾਹੁੰਦੇ ਸੀਗੇ, ਪੱਛਮੀ ਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਆਪ ਦੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਲਈ ਤਤਪਰ ਰਹਿੰਦੇ ਹਮੇਸ਼ਾ ਹੀ ਉਹ। ਫਿਰ ਕਹਿੰਦਾ ਮੈਂ ਉਹਨਾਂ ਦੱਸਿਆ ਜਦੋਂ ਤ੍ਰੇਲ ਦੀ ਝੀਲ 'ਚ ਉਸਾਰੇ ਕ੍ਰੀੜਾ ਭਵਨ ਵਿੱਚ ਉਹਨਾਂ ਮਸੂਰ ਤੋਂ ਜਿੱਤੀ ਦ੍ਰੋਪਦੀ ਨੂੰ ਨੰਗਾ ਕੀਤਾ, ਕਹਿੰਦਾ ਵੀ ਉੱਥੇ ਜਿਹੜੇ ਆਪਣੇ ਕਹਿ ਸਕਦੇ ਹੋ ਕਿ ਤੁਸੀਂ ਪੈਸੇ ਦੇ ਜ਼ੋਰ ਦੇ ਨਾਲ ਖੜੇ ਕੀਤੀਆਂ ਗਈਆਂ ਵੱਡੀਆਂ ਵੱਡੀਆਂ ਕੰਪਨੀਆਂ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਮਨੁੱਖਤਾ ਦਾ ਘਾਣ ਕੀਤਾ ਜਾਂਦਾ ਹੈ, ਕਿਸ ਤਰ੍ਹਾਂ ਦੇ ਨਾਲ ਉਹ ਆਪਣੀਆਂ ਰੰਗ ਰਲੀਆਂ ਮਨਾਉਂਦੇ ਆ, ਉਹਨਾਂ ਦੀ ਗੱਲ ਕਵੀ ਦੱਸਣੀ ਚਾਹੁੰਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਾਡੇ ਉੱਥੇ ਨੌਜਵਾਨਾਂ ਨੂੰ, ਸਾਡੀਆਂ ਔਰਤਾਂ ਨੂੰ ਉਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈਂਦਾ ਹੈ ਜਿਹੜੀ ਕਿ ਇੱਕ ਇਨਸਾਨ ਦੇ ਲਈ ਬਹੁਤ ਹੀ ਦੁੱਖ ਭਰੀ ਹੋ ਸਕਦੀ ਹੈ। ਕਹਿੰਦਾ ਉਹ ਹੈ ਕਿ ਜਦੋਂ ਤੇਲ ਦੀ ਝੀਲ 'ਚ ਉਸਾਰੇ ਕ੍ਰੀੜਾ ਭਵਨ ਵਿੱਚ ਉਹਨਾਂ ਮਸੂਰ ਤੋਂ ਜਿੱਤੀ ਦ੍ਰੋਪਦੀ ਨੂੰ ਨੰਗਾ ਕੀਤਾ ਸੀ, ਪਿੰਡੇ ਤੇ ਸ਼ਰਾਬ ਡੋਲੀ ਸੀ ਤੇ ਲੰਮੀਆਂ ਜੀਭਾਂ ਨਾਲ ਚੱਟਿਆ ਸੀ ਤਾਂ ਮੇਰੀ ਰੂਹ ਵੀ ਘਰੁੰਡੀ ਗਈ ਤੇ ਮੇਰੀ ਇਹ ਸਾਰੇ ਘਟਨਾਵਾਂ ਦੇਖ ਕੇ ਮੇਰੀ ਰੂਹ ਵੀ ਹੈ ਜਿਹੜੀ ਉਹ ਜ਼ਖਮੀ ਹੋ ਗਈ ਸੀ। ਮੈਨੂੰ ਆਪਣੇ ਆਪ ਦੇ ਉੱਪਰ ਬੜੀ ਗੁਲਾਮੀ ਆਈ, ਮੈਨੂੰ ਆਪਣੇ ਆਪ ਦੇ ਉੱਪਰ ਬੜੀ ਨਫ਼ਰਤ ਆਈ ਕਿ ਮੈਂ ਕਿਉਂ ਇਸ ਦੇਸ਼ ਦੇ ਵਿੱਚ ਬੈਠਾ। ਮੈਂ ਭਰੀ ਆਵਾਜ਼ ਨੂੰ ਠੀਕ ਕਰਨ ਲਈ ਸਾਹ ਲਿਆ ਤੇ ਤਾਂ ਦੋਸਤ ਜਕਦੇ ਕਹਿਣ ਲੱਗੇ, ਫਿਰ ਵੀ ਉਹ ਕਹਿੰਦੇ ਵੀ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ। ਕੀ ਕਹਿੰਦੇ ਉਹ? ਅਸੀਂ ਫਿਰ ਵੀ ਤੇਰੇ ਨਾਲ ਬਰਫ਼ ਵਾਲੇ ਦੇਸ਼ ਨੂੰ ਜਾਣ ਲਈ ਤਿਆਰ ਹਾਂ। ਮੈਂ ਸੁੰਨ ਜਿਹਾ ਹੋ ਗਿਆ, ਬੋਲਣ ਲਈ ਕੁਝ ਨਾ ਉੜਿਆ। ਕਹਿੰਦਾ ਜਦੋਂ ਮੇਰੀ ਗੱਲ ਹੀ ਸੁਣਨ ਨੂੰ ਤਿਆਰ ਨਹੀਂ ਸੀ, ਉਹ ਕਹਿੰਦੇ ਵੀ ਅਸੀਂ ਤਾਂ ਪੱਛਮੀ ਦੇਸ਼ਾਂ ਦੇ ਵਿੱਚ, ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਰਹਿਣ ਨੂੰ ਤਿਆਰ ਹਾਂ ਜਿੱਥੇ ਰੁਜ਼ਗਾਰ ਤਾਂ ਮਿਲਦਾ। ਉਸ ਸਮੇਂ ਜੀ ਕੀਤਾ ਰਵਿੰਦਰਨਾਥ ਟੈਗੋਰ ਵਾਂਗ ਕਿਸੇ ਭਗਵਾਨ ਅੱਗੇ ਸਿਰ ਝੁਕਾ ਦਿਆਂ, ਅੱਖਾਂ ਬੰਦ ਕਰ ਲਵਾਂ ਤੇ ਕਹਾਂ, ਹੇ ਪ੍ਰਭੂ, ਕਦੋਂ ਮੇਰਾ ਦੇਸ਼ ਆਪਣੀ ਗੈਰਤ ਦੇ ਖਿੰਡੇ ਤੀਲਿਆਂ ਨੂੰ ਇਕੱਠਾ ਕਰੇਗਾ, ਕਦੋਂ ਮੇਰੇ ਵਤਨ ਦੇ ਲੋਕ ਸੱਚੀ ਸੁਤੰਤਰਤਾ ਵਿੱਚ ਅੱਖਾਂ ਖੋਲਣਗੇ। ਤੇ ਕਹਿੰਦਾ ਮੈਨੂੰ ਐਂ ਲੱਗਾ ਕਿ ਮੈਂ ਰਵਿੰਦਰਨਾਥ ਟੈਗੋਰ ਦੀ ਤਰ੍ਹਾਂ ਇੱਕ ਲੋਕਾਂ ਨੂੰ ਸੰਦੇਸ਼ ਦੇਵਾਂ ਕਿ ਸਾਡੇ ਦੇਸ਼ ਦੇ ਵਿੱਚ ਵੀ, ਸਾਡੇ ਪੰਜਾਬ ਦੇ ਵਿੱਚ ਵੀ ਸਰਕਾਰਾਂ ਇੰਨੀਆਂ ਸਮਰੱਥ ਹੋ ਜਾਣ, ਸਰਕਾਰਾਂ ਇੰਨੀਆਂ ਇਮਾਨਦਾਰ ਹੋ ਜਾਣ ਕਿ ਸਾਡੇ ਲੋਕਾਂ ਨੂੰ ਇੱਥੇ ਰੁਜ਼ਗਾਰ ਦੇਣ, ਸਾਡੇ ਲੋਕਾਂ ਨੂੰ ਇੱਥੇ ਹੀ ਉਹ ਸਾਰੀ ਜ਼ਿੰਦਗੀ ਦੇ ਅਨੁਭਵ ਦੇ ਦੇਣ, ਸਾਰਾ ਉਸ ਤਰ੍ਹਾਂ ਦਾ ਮਾਹੌਲ ਦੇ ਦੇਣ ਕਿ ਸਾਡੇ ਨੌਜਵਾਨ ਵਰਗ ਨੂੰ ਇੱਥੇ ਰੁਜ਼ਗਾਰ ਮਿਲ ਜਾਵੇ ਤੇ ਮੇਰੇ ਦੇਸ਼ ਦੇ ਲੋਕਾਂ ਨੂੰ ਵੀ ਬਾਹਰ ਜਾ ਕੇ ਉਹਨਾਂ ਦੀ ਗੈਰਤ ਭਰੀ ਜ਼ਿੰਦਗੀ ਜਿਹੜੀ ਬੇਗੈਰਤ ਹੋ ਜਾਂਦੀ ਉੱਧਰ ਜਾ ਕੇ ਉਸ ਪ੍ਰਕਿਰਿਆ ਦੇ ਵਿੱਚੋਂ ਨਾ ਲੱਗਣਾ ਪਵੇ, ਮੇਰੇ ਦੇਸ਼ ਦੇ ਵਿੱਚ ਹੀ ਸਾਰਾ ਕੁਝ ਮਿਲ ਜੇ। ਮੈਂ ਇਸ ਤਰ੍ਹਾਂ ਦੀ ਇੱਕ ਅਰਜ਼ੋਈ ਕਰਦਾ, ਇੱਕ ਬੇਨਤੀ ਕਰਦਾ ਭਗਵਾਨ ਦੇ ਅੱਗੇ, ਪ੍ਰਭੂ ਦੇ ਅੱਗੇ, ਹੇ ਪ੍ਰਭੂ, ਕਦੋਂ ਮੇਰਾ ਦੇਸ਼ ਆਪਣੀ ਗੈਰਤ ਦੇ ਖਿੰਡੇ ਤੀਲਿਆਂ ਨੂੰ ਇਕੱਠਾ ਕਰੇਗਾ, ਕਦੋਂ ਮੇਰੇ ਵਤਨ ਦੇ ਲੋਕ ਸੱਚੀ ਸੁਤੰਤਰਤਾ ਵਿੱਚ ਅੱਖਾਂ ਖੋਲਣਗੇ, ਕਦੋਂ ਮੇਰੇ ਪਿੰਡ ਦੇ ਵਾਸੀ ਮੇਰੇ ਪਰਦੇਸੀ ਹੋਣ ਤੇ ਅੰਦਰੋਂ ਅੰਦਰ ਝੋਰਾ ਕਰਨਗੇ ਤੇ ਮੇਰੇ ਵਤਨ ਦੇ ਜਿਹੜੇ ਲੋਕ ਹੈ ਆਪਣੇ ਆਪ ਦੇ ਵਿੱਚ, ਮੇਰੇ ਪਿੰਡ ਦੇ ਲੋਕ ਇਸ ਗੱਲ ਦੇ ਉੱਪਰ ਝੋਰਾ ਕਰਨਗੇ ਕਿ ਅਸੀਂ ਪ੍ਰਦੇਸ਼ਾਂ ਦੇ ਵਿੱਚ ਗਏ ਹੋਏ ਹਾਂ, ਅਸੀਂ ਪ੍ਰਦੇਸ਼ਾਂ ਦੇ ਵਿੱਚੋਂ ਵਾਪਸ ਜਾ ਕੇ ਪੰਜਾਬ ਦੇ ਵਿੱਚ ਵਸਣਾ ਚਾਹੁੰਦੇ ਹਾਂ, ਔਰ ਇਹ ਵਿਦੇਸ਼ੀ ਜ਼ਿੰਦਗੀ ਨੂੰ ਉਹ ਕਦੋਂ ਨਫ਼ਰਤ ਕਰਨਾ ਸ਼ੁਰੂ ਕਰਨਗੇ, ਕਦੋਂ ਅਸੀਂ ਦੁਨੀਆ ਦੇ ਸ਼ਹਿਰ ਵਿੱਚ ਹਿੱਕਾਂ ਚੌੜੀਆਂ ਕਰਕੇ ਤੁਰ ਸਕਾਂਗੇ, ਕਦੋਂ ਸਾਡੇ ਲਈ ਪ੍ਰਦੇਸ਼ ਬੂਹਿਆਂ ਤੇ ਜੀ ਆਇਆਂ ਦਾ ਗੁਲਾਬ ਖਿੜਨ ਲੱਗੇਗਾ ਤੇ ਕਦੋਂ ਅਸੀਂ ਵਿਸ਼ਵ ਦੇ ਵਿੱਚ ਆਪਣੀ ਸੱਭਿਅਤਾ ਨੂੰ, ਆਪਣੇ ਆਪ ਨੂੰ ਬੜੇ ਮਾਣ ਨਾਲ ਉੱਚਾ ਕਰਕੇ ਜਿਉਣ ਦੇ ਯੋਗੇ ਹੋਵਾਂਗੇ। ਕਹਿੰਦਾ ਕਵੀ ਕਹਿੰਦਾ ਇਸ ਤਰ੍ਹਾਂ ਦਾ ਮਾਹੌਲ ਕਦੋਂ ਸਾਡੇ ਦੇਸ਼ ਦੇ ਵਿੱਚ ਸਿਰਜਿਆ ਜਾਊਗਾ। ਪਰ ਮੈਂ ਤਾਂ ਟੈਗੋਰ ਵਾਂਗ ਕਿਸੇ ਪ੍ਰਭੂ ਨੂੰ ਵੀ ਨਹੀਂ ਮੰਨ ਸਕਦਾ, ਬਸ ਬਿਨਾਂ ਕੁਝ ਹੋਰ ਬੋਲੇ ਚਲੇ ਵਾਪਸ ਆ ਜਾਂਦਾ ਹਾਂ। ਕਹਿੰਦਾ ਵੀ ਮੈਂ ਤਾਂ ਮੇਰੇ ਮਨ ਦੇ ਵਿੱਚ ਤਾਂ ਕਾਮਰੇਡ ਬੰਦਾ, ਕਹਿੰਦਾ ਮੈਂ ਤਾਂ ਆਪ ਪ੍ਰਭੂ ਨੂੰ ਮੰਨਦਾ ਹੀ ਨਹੀਂਗਾ, ਮੈਂ ਕਿਸ ਢੰਗ ਨਾਲ ਉਹਦੇ ਅੱਗੇ ਇਹ ਅਰਜ਼ੋਈ ਕਰ ਸਕਦਾ। ਮੈਂ ਤਾਂ ਕਹਿੰਦਾ ਵਾਪਸ ਫਿਰ ਆਉਣ ਦੇ ਲਈ ਤਿਆਰ ਹੋ ਜਾਣਾ, ਜਿਵੇਂ ਹਵਾਈ ਜਹਾਜ਼ ਤੋਂ ਨਹੀਂ ਕਾਮਾ ਗਾਟਾ ਮਾਰੂ ਤੋਂ ਚੋਰ ਭਲਾਈ ਦੇ ਕੇ ਵਾਪਸ ਆ ਗਿਆ ਹਾਂ। ਤੇ ਇਉਂ ਲੱਗਦਾ ਮੈਨੂੰ ਆਪਣੇ ਦੇਸ਼ ਤੋਂ ਵਾਪਸ ਆ ਕੇ ਮੈਂ ਬਹੁਤ ਵੱਡਾ ਗੁਨਾਹ ਕੀਤਾ ਹੁੰਦਾ ਹੈ, ਔਰ ਇਸ ਦੇਸ਼ ਦੇ ਵਿੱਚ ਆ ਕੇ ਮੈਂ ਕਿਸ ਤਰ੍ਹਾਂ ਦੀ ਜਿਲਤ ਵਾਲੀ ਜ਼ਿੰਦਗੀ ਜਿਉ ਰਿਹਾ, ਉਸ ਜਿਲਤ ਵਾਲੀ ਜ਼ਿੰਦਗੀ ਨੂੰ ਜਿਉਣ ਦੇ ਲਈ ਫਿਰ ਵਾਪਸ ਮੈਂ ਇਸ ਦੇਸ਼ ਦੇ ਵਿੱਚ ਆ ਜਾਣਾ। ਸੋ ਵਿਦਿਆਰਥੀਓ, ਇਹਨਾਂ ਦੋਨਾਂ ਕਵਿਤਾਵਾਂ ਦੇ ਵਿੱਚ
ਕਵੀ ਨੇ ਬੜੇ ਵਧੀਆ ਢੰਗ ਦੇ ਨਾਲ ਵਿਚਾਰ ਪੇਸ਼ ਕੀਤੇ। ਜਿਹੜੀ ਪਹਿਲੀ ਕਵਿਤਾ ਸੀ ਬੇਰੀ ਦੇ ਖੇਤ, ਬੇਰੀ ਦੇ ਖੇਤ ਦੇ ਵਿੱਚ ਇੱਕ ਮੁੱਖ ਜਿਹੜਾ ਵਿਸ਼ਾ ਸੀਗਾ ਪ੍ਰਵਾਸ ਵਿੱਚ ਬੋਲੀ ਦੇ ਉਚਾਰਨ ਦੀ ਸਮੱਸਿਆ ਨੂੰ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਵਿਦਿਆਰਥੀਓ ਇਹ ਅਜਿਹੇ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ ਕਿ ਬੰਦਾ ਪਰਦੇਸੀ ਬੋਲੀ ਨੂੰ ਆਪਣੀ ਮਾਂ ਬੋਲੀ ਦੀ ਪੁੱਠ ਦੇ ਕੇ ਕਿਸ ਢੰਗ ਨਾਲ ਬੋਲਦਾ, ਉਹ ਵਿਦੇਸ਼ੀ ਬੋਲੀ ਦਾ ਕਿਸ ਢੰਗ ਦੇ ਨਾਲ ਉਚਾਰਨ ਆਪਣੀ ਬੋਲੀ ਦੇ ਅਨੁਸਾਰ ਕਰਕੇ ਸਹਿਜ ਰੂਪ ਦੇ ਵਿੱਚ ਉਹ ਬੋਲਦਾ ਹੈ, ਉਹੀ ਉਸ ਨੂੰ ਵਧੀਆ ਲੱਗਦੀ ਹੈ। ਜਿਹੜੀ ਦੂਸਰੀ ਕਵਿਤਾ ਹੈਗੀ ਹੈ ਪਹਿਲੀ ਵਤਨ ਫੇਰੀ, ਹੁਣ ਇਸ ਕਵਿਤਾ ਦੇ ਵਿੱਚ ਲੇਖਕ ਨੇ ਜਿਹੜੇ ਵਿਚਾਰ ਪੇਸ਼ ਕੀਤੇ ਹੈ ਨਾ ਉਹ ਬੜੇ ਭਾਵਪੂਰਨ ਹੈਗੇ ਆ। ਉਹਦੇ 'ਚ ਕੀ ਹੈ, ਪਰਦੇਸੀ ਜੀਵਨ ਵਿੱਚ ਕੋਈ ਬਹੁਤੀ ਨਿੱਘ ਨਹੀਂ ਹੁੰਦੀ, ਪਿਆਰ ਤੇ ਸਵਾਗਤਯੋਗ ਕੋਈ ਇਹੋ ਜਿਹੀ ਗੱਲ ਨਹੀਂ। ਲੇਖਕ ਕਹਿੰਦਾ ਹੈ, ਕਵੀ ਕਹਿੰਦਾ ਇਹ ਗੱਲ, ਪਰ ਬੰਦੇ ਨੂੰ ਕਹਿੰਦਾ ਬਿਨਾਂ ਬਣਾਏ ਉਹ ਲੋਕ ਹੈ ਜਿਹੜੇ ਸਾਡੇ ਪੰਜਾਬੀਆਂ ਨੂੰ ਜਾਂ ਸਾਡੇ ਪ੍ਰਵਾਸੀ ਲੋਕਾਂ ਨੂੰ ਬਿਨਾਂ ਬੁਲਾਇਆ ਮਹਿਮਾਨ ਸਮਝਦੇ ਆ, ਸ਼ੱਕ ਦੀ ਨਜ਼ਰ ਦੇ ਨਾਲ ਦੇਖਦੇ ਆ। ਅਜਿਹੇ ਜੀਵਨ ਨੂੰ ਪਸੰਦ ਕਰਨ ਦਾ ਭਾਵ ਤਾਂ ਫਿਰ ਇਹੀ ਹੋ ਗਿਆ ਕਿ ਸੱਚੀ ਸੁਤੰਤਰਤਾ ਤੋਂ ਵਾਂਝੇ ਅਤੇ ਬੇਅਣਖੇ ਹੋਣਾ ਹੀ ਹੈ। ਵੀ ਇਹ ਨਾ ਤਾਂ ਕੋਈ ਸੁਤੰਤਰ ਜੀਵਨ ਹੈ, ਨਾ ਕੋਈ ਇਹ ਅਣਖ ਵਾਲਾ ਜੀਵਨ ਹੈ, ਇਹ ਤਾਂ ਬੇਅਣਖਾ ਜੀਵਨ ਜਿਉਣ ਦੇ ਬਰਾਬਰ ਹੈ। ਕਿਉਂਕਿ ਪੱਛਮ ਦੇ ਦੇਸ਼ਾਂ ਦੇ ਵਿੱਚ ਜਾਂ ਵਿਦੇਸ਼ੀਆਂ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਜੀਵਨ ਗੁਜ਼ਾਰਨਾ ਬੜਾ ਹੀ ਔਖਾ ਅਨੁਭਵ ਹੁੰਦਾ ਹੈ ਲੇਖਕ ਨੂੰ। ਬੇਸ਼ੱਕ ਇਹ ਲੇਖਕ ਦੇ ਵਿਚਾਰ ਹੋ ਸਕਦੇ, ਪਰ ਸਾਡੇ ਲੋਕ ਇਹ ਚੀਜ਼ ਮੰਨਣ ਨੂੰ ਤਿਆਰ ਨਹੀਂ। ਉੱਥੇ ਵੀ ਇਹ ਤੁਸੀਂ ਮਿਹਨਤ ਦੇ ਸਹਾਰੇ ਜ਼ਿੰਦਗੀ ਨੂੰ ਉਸਾਰ ਸਕਦੇ ਹੋ ਔਰ ਉੱਥੇ ਵੀ ਆਪਣੇ ਜ਼ਿੰਦਗੀ ਨੂੰ ਗੁਜ਼ਾਰ ਸਕਦੇ ਹੋ। ਕੈਨੇਡਾ ਦੇ ਵਿੱਚ ਤਾਂ ਵੈਸੇ ਵੀ ਜਿਹੜਾ ਵਿਸ਼ਵ ਸੱਭਿਆਚਾਰ ਦਾ ਇੱਕ ਨਵਾਂ ਰਹਿਤਲ ਉਸਰ ਰਿਹਾ ਹੈਗਾ। ਅੰਤਰਰਾਸ਼ਟਰੀ ਸੱਭਿਆਚਾਰ ਬਹੁਲਤਾਵਾਦੀ ਸੱਭਿਆਚਾਰ ਉਸਰ ਰਿਹਾ ਹੈਗਾ, ਜਿਹਦੇ ਵਿੱਚ ਪੰਜਾਬੀ ਵੀ ਆਪਣਾ ਨਾਮ ਬਣਾ ਰਹੇ ਹੈ, ਆਪਣੀ ਪਹਿਚਾਣ ਬਣਾ ਰਹੇ ਹੈ। ਇਹ ਅਲੱਗ-ਅਲੱਗ ਆਪਣਾ ਵਿਚਾਰ ਹੈ ਰਾਈਟਰਾਂ ਦਾ, ਪਰ ਉੱਥੋਂ ਦੀ ਜ਼ਿੰਦਗੀ ਬੜੀ ਇੰਨੀ ਸੌਖੀ ਵੀ ਨਹੀਂ ਹੈਗੀ, ਬਹੁਤ ਦੁੱਖ ਭਰੀ ਜ਼ਿੰਦਗੀ ਹੈਗੀ ਹੈ। ਜ਼ਿੰਦਗੀ ਗੁਜ਼ਾਰਨ ਦੇ ਲਈ ਜਿਹੜੀ ਮਿਹਨਤ ਕਰਨੀ ਪੈਂਦੀ ਹੈ ਉਹ ਬੜੀ ਔਖੀ ਹੈਗੀ ਹੈ। ਫਿਰ ਵੀ ਵਿਦਿਆਰਥੀ ਸਾਡੇ ਪੰਜਾਬੀ ਲੋਕ ਉਸ ਜ਼ਿੰਦਗੀ ਦੇ ਵਿੱਚੋਂ ਗੁਜ਼ਰ ਕੇ ਆਪਣੇ ਆਪਣਾ ਨਾਂ ਬਣਾ ਰਹੇ ਹੈ। ਇਹ ਦੋ ਕਵਿਤਾਵਾਂ ਤੁਹਾਡੇ ਸਿਲੇਬਸ ਦੇ ਵਿੱਚ ਦਿੱਤੀਆਂ ਗਈਆਂ ਸੀਗੀਆਂ। ਇਹਨਾਂ ਦੋਨਾਂ ਕਵਿਤਾਵਾਂ ਦੇ ਵਿੱਚੋਂ ਸ਼ਾਰਟ ਕੁਐਸਚਨ ਵੀ ਬਣ ਸਕਦੇ ਆ। ਕਾਮਾਗਾਟਾ ਮਾਰੂ ਜਹਾਜ਼ ਦਾ ਕਿਉਂ ਉਹਨੇ ਜ਼ਿਕਰ ਕੀਤਾ ਹੈਗਾ, ਜਾਂ ਉੱਥੋਂ ਦੀ ਜ਼ਿੰਦਗੀ ਦਾ ਕਿਸ ਤਰ੍ਹਾਂ ਨਾਲ ਕੰਪੈਰੀਜ਼ਨ ਕੀਤਾ ਸਾਡੇ ਭਾਰਤੀ ਜ਼ਿੰਦਗੀ ਨਾਲ, ਇਹ ਕੁਐਸਚਨ ਬਣ ਸਕਦੇ ਆ। ਜਾਂ ਲੇਖਕ ਦੀਆਂ ਕਿਹੜੀਆਂ ਕਾਵਿ ਰਚਨਾਵਾਂ ਹੈਗੀਆਂ, ਕਿਵੇਂ ਪ੍ਰਵਾਸ ਦੇ ਵਿੱਚ ਜਾ ਕੇ ਜ਼ਿੰਦਗੀ ਦੀ ਉਹ ਗੱਲ ਕਰਦਾ, ਇਹ ਸਾਰੇ ਕੁਐਸਚਨਾਂ ਦੇ ਤੁਸੀਂ ਆਨਸਰ ਦਿਓਗੇ। ਤੇ ਚੰਗੀ ਤਰ੍ਹਾਂ ਇਸ ਲੈਕਚਰ ਨੂੰ ਸੁਣਿਆ ਕਰੋ। ਤੁਸੀਂ ਸੁਣ ਕੇ ਵਾਪਸ ਮੈਨੂੰ ਰਿਪੋਰਟਾਂ ਜ਼ਰੂਰ ਭੇਜਿਆ ਕਰੋ। ਅੱਜ ਦਾ ਲੈਕਚਰ ਆਪਾਂ ਇੱਥੇ ਖਤਮ ਕਰਦੇ ਹਾਂ। ਅਗਲਾ ਲੈਕਚਰ ਆਪਾਂ ਅਗਲੇ ਦਿਨਾਂ ਦੇ ਵਿੱਚ ਦੇਵਾਂਗੇ ਨਵੇਂ ਕਵੀ ਬਾਰੇ। ਅੱਜ ਦਾ ਲੈਕਚਰ ਆਪਣਾ ਇੱਥੋਂ ਤੱਕ ਹੀ ਸੀਗਾ।